ਹੋਮੋਪੈਥੀ ਕੰਮ ਕਿੱਦਾਂ ਕਰਦੀ ਹੈ? ਲਿਕੁਇਡ ਫਾਰਮ ਦੇ ਵਿੱਚ ਮੈਡੀਸਿਨ ਹੁੰਦੀ ਹੈ, ਉਹਨੂੰ ਅਸੀਂ ਉਹਨਾਂ ਗੋਲੀਆਂ ਦੇ ਉੱਤੇ ਪਾਉਂਦੇ ਆ ਤੇ ਉਹ ਗੋਲੀਆਂ ਜਿਹੜੀਆਂ ਆ ਜਿੰਨੀ ਉਹਨਾਂ ਨੂੰ ਲੋੜ ਹੁੰਦੀ ਉਨੀ ਮੈਡੀਸਿਨ ਚੂਸ ਲੈਂਦੀ ਆ। ਉਹ ਮੈਡੀਸਿਨ ਫਿਰ ਜਦੋਂ ਪੇਸ਼ੈਂਟ ਆਪਣੀ ਜੀਭ ਤੇ ਰੱਖਦਾ ਆ, ਨਰਵਸ ਸਿਸਟਮ ਦੇ ਥਰੂ ਆਪਣਾ ਐਕਸ਼ਨ ਸ਼ੁਰੂ ਕਰ ਦਿੰਦੀ ਆ। ਬਹੁਤ ਸਾਰੇ ਬੱਚੇ ਇਦਾਂ ਦੇ ਹੁੰਦੇ ਨੇ ਜਿਹੜੇ ਜਨਮ ਤੋਂ ਹੀ ਥੋੜਾ ਮੈਂਟਲੀ ਬੈਲੈਂਸ ਨਹੀਂ ਹੁੰਦੇ, ਜਾਂ ਆਪਾਂ ਕਹਿ ਲਈਏ ਕਿ ਮੈਂਟਲੀ ਰਿਟਾਰਡ ਹੁੰਦੇ ਨੇ। ਉਹਨਾਂ ਨੂੰ ਕਿਵੇਂ ਤੁਸੀਂ ਦੇਖਦੇ ਹੋ, ਕਿੱਦਾਂ ਟਰੀਟ ਉਹਨਾਂ ਦਾ ਹੁੰਦਾ ਤੇ ਕੀ ਜਿਹੜਾ ਹੈ ਸਕਸੈਸ ਰੇਟ ਹੈ? ਔਟਿਜ਼ਮ ਵਰਗੇ ਕੇਸਿਸ ਜਿਹਦੇ 'ਚ ਐਲੋਪੈਥਿਕ ਡਾਕਟਰ ਹੱਥ ਹੀ ਨਹੀਂ ਪਾਉਂਦੇ, ਹੋਮੋਪੈਥੀ ਵਿੱਚ ਜਦੋਂ ਅਸੀਂ ਉਹਨੂੰ ਪ੍ਰਸਕ੍ਰਾਈਬ ਕਰਦੇ ਹਾਂ ਤੇ ਉਹਦੀ ਮੈਂਟਲ ਐਬਿਲਿਟੀ ਸੁਧਰਨੀ ਸ਼ੁਰੂ ਹੁੰਦੀ ਹੌਲੀ ਹੌਲੀ ਕਰਕੇ। ਔਰ ਇੱਥੇ ਤੱਕ ਵੀ ਅਸੀਂ ਕਈ ਕੇਸਿਸ ਦੇਖੇ ਆ ਕਿ ਉਹ ਅੱਜ ਆਪਣੀ ਲਾਈਫ ਨਾਰਮਲ ਬੱਚੇ ਵਾਂਗੂ ਜੀ ਰਹੇ ਆ। ਕਿਹੜੀਆਂ ਬਿਮਾਰੀਆਂ ਤੁਸੀਂ ਜਿਹੜੀਆਂ ਨੇ ਮਤਲਬ ਟਰੀਟ ਕਰਦੇ ਹੋ? ਉਹ ਹਾਰਟ ਅਟੈਕ ਤੋਂ ਲੈ ਕੇ ਕੈਂਸਰ ਤੱਕ ਹਰ ਡਿਜ਼ੀਜ਼ ਨੂੰ ਟਰੀਟ ਕਰਨ ਦੇ ਵਿੱਚ ਸક્ષਮ ਹੈ। ਜੇ ਅਸੀਂ ਦਿਲ ਦੀਆਂ ਬਿਮਾਰੀਆਂ ਕਹਿ ਲਈਏ ਤੇ ਉਹ ਕਹਿੰਦੇ ਆ ਕਿ ਜਦੋਂ ਤੁਹਾਡਾ ਪੰਪ ਕਰਨਾ ਬੰਦ ਕਰ ਦਿੰਦਾ ਤੁਸੀਂ ਸਟੱਡ ਪਵਾ ਲਓ, ਤੇ ਹੋਮੋਪੈਥੀ ਦੇ ਵਿੱਚ ਇਦਾਂ ਦਾ ਹੈ ਕਿ ਕੁਝ ਆਰਗਨ ਫੇਲੀਅਰ ਹੈ ਤੇ ਉਹਨੂੰ ਚੇਂਜ ਕਰਨਾ ਹੀ ਪੈਣਾ? ਇਹਨੇ ਹੋਮੋਪੈਥੀ ਸਗੋਂ ਉਸ ਖਰਾਬ ਆਰਗਨ ਨੂੰ ਠੀਕ ਕਰ ਦਿੰਦੀ ਹੈ। ਤੁਸੀਂ ਬ੍ਰੇਨ ਟਿਊਮਰ ਦੀ ਵੀ ਗੱਲ ਕਰਦੇ ਸੀ ਕਿ ਸਾਡੇ ਕੋਲੇ ਬ੍ਰੇਨ ਟਿਊਮਰ ਤੱਕ ਵੀ ਜਿਹੜੇ ਨੇ ਉਹ ਠੀਕ ਹੋਏ ਨੇ। ਸ਼ੂਗਰ ਜਿਹੜਾ ਹੈ ਉਹ ਕਹਿੰਦੇ ਜੀ ਕੰਟਰੋਲ ਕੀਤੀ ਜਾ ਸਕਦੀ ਹੈ, ਉਹਨੂੰ ਜੜ ਤੋਂ ਨਹੀਂ ਖਤਮ ਕੀਤਾ ਜਾ ਸਕਦਾ। ਕੀ ਹੋਮੋਪੈਥੀ ਦੇ ਥਰੂ ਜਿਹੜਾ ਹੈ ਉਹਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ? ਹੋਮੋਪੈਥੀ ਵਿੱਚ ਇਨਸੂਲਿਨ ਡਿਪੈਂਡੈਂਟ ਸ਼ੂਗਰ ਵੀ ਤੇ ਨਾਨ ਇਨਸੂਲਿਨ ਡਿਪੈਂਡੈਂਟ ਸ਼ੂਗਰ ਵੀ, ਦੋਨੋਂ ਤਰ੍ਹਾਂ ਦੀਆਂ ਸ਼ੂਗਰ ਨੂੰ ਠੀਕ ਕੀਤਾ ਜਾ ਸਕਦਾ ਹੈ। ਕਾਸਟ ਨੂੰ ਲੈ ਕੇ ਬੜਾ ਹੁੰਦਾ ਹੈ ਕਿ ਕਾਸਟ ਬਹੁਤ ਹੋਊਗੀ, ਐਕਸਪੈਂਡਿਚ ਬਹੁਤ ਹੋ ਜਾਂਦੇ ਆ। 500,000 ਰੁਪਏ ਦੀ ਮਹੀਨੇ ਦੀ ਦਵਾਈ ਹੁੰਦੀ ਹੈ, ਜਿਹਦੇ ਵਿੱਚ ਅਸੀਂ 4 ਬਿਮਾਰੀਆਂ ਬੰਦੇ ਦੀਆਂ ਠੀਕ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਹਰ ਵਾਰ ਕਿਸੇ ਨਾ ਕਿਸੇ ਰੋਗ ਦਾ ਇਲਾਜ ਲੈ ਕੇ ਜਾਂ ਫਿਰ ਸਿਹਤ ਦੇ ਨਾਲ ਜੁੜੀਆਂ ਸਮੱਸਿਆਵਾਂ ਲੈ ਕੇ ਮੈਂ ਤੁਹਾਡੇ ਰੂਬਰੂ ਹੁੰਦਾ ਹਾਂ। ਉਹਨਾਂ ਦੇ ਹੱਲ ਵੀ ਅਸੀਂ ਦੱਸਦੇ ਹਾਂ, ਔਰ ਅਕਸਰ ਮੈਂ ਕਿਸੇ ਨਾ ਕਿਸੇ ਐਲੋਪੈਥੀ ਡਾਕਟਰ ਦੇ ਨਾਲ ਜਾਂ ਫਿਰ ਆਯੁਰਵੇਦ ਵੈਦ ਦੇ ਨਾਲ ਤੁਹਾਨੂੰ ਮਿਲਾਉਣਾ ਹੈ। ਅੱਜ ਜਿਹੜਾ ਹੈ ਕੁਝ ਵੱਖਰਾ ਹੈ। ਅੱਜ ਮਿੱਠੀਆਂ ਗੋਲੀਆਂ ਦੇਣ ਵਾਲੇ ਡਾਕਟਰਸ ਦੇ ਨਾਲ ਜਿਹੜਾ ਹੈ ਮੈਂ ਤੁਹਾਨੂੰ ਮਿਲਾ ਰਿਹਾ ਹਾਂ। ਰਵਿੰਦਰਾ ਹੋਮੋਪੈਥੀ ਕਲੀਨਿਕ ਹੈ ਔਰ ਮੇਰੇ ਨਾਲ ਡਾਕਟਰ ਰਵਿੰਦਰ ਹੁਣੀ ਆਪ ਨੇ। ਪੁੱਛਦੇ ਹਾਂ ਕਿ ਕਿਵੇਂ ਮਿੱਠੀਆਂ ਗੋਲੀਆਂ ਦਿੰਦੇ ਨੇ ਔਰ ਇਲਾਜ ਕਿਵੇਂ ਹੋ ਜਾਂਦਾ ਮਿੱਠੀਆਂ ਗੋਲੀਆਂ ਦੇ ਨਾਲ। ਸੋ ਨਾ ਦੇਰੀ ਕਰਦੇ, ਚੱਲਦੇ ਹਾਂ ਜੀ ਉਹਨਾਂ ਦੇ ਕੋਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਟੀਵੀ ਪੰਜਾਬ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਰਾਮ ਰਾਮ, ਨਮਸਤੇ। ਮੈਂ ਡਾਕਟਰ ਰਵਿੰਦਰ ਸਿੰਘ ਪਿਛਲੇ 20 ਸਾਲ ਤੋਂ ਹੋਮੋਪੈਥੀ ਪ੍ਰੈਕਟਿਸ ਦੇ ਵਿੱਚ ਹਾਂ। ਅਤੇ ਹੋਮੋਪੈਥੀ ਇੱਕ ਵਰਦਾਨ ਆ ਸਾਡੀ ਸਮਾਜ ਨੂੰ, ਸਾਡੀ ਇਨਸਾਨੀਅਤ ਨੂੰ, ਕਿਉਂਕਿ ਇਹ ਸਾਇੰਸ ਦੀ ਕਾਢ ਉਸ ਟਾਈਮ 'ਤੇ ਨਿਕਲੀ ਸੀ। ਕਿਉਂਕਿ ਜਿਨ੍ਹਾਂ ਨੇ ਇਹਨਾਂ ਦੀ ਕਾਢ ਕੱਢੀ ਸੀ ਡਾਕਟਰ ਸੈਮੂਅਲ ਹਨੀਮਨ, ਜਰਮਨ ਦੇ ਡਾਕਟਰ ਸੀ। ਉਹ ਖੁਦ ਐਲੋਪੈਥਿਕ ਪ੍ਰੈਕਟੀਸ਼ਨਰ ਸੀ, ਐਲੋਪੈਥਿਕ ਪ੍ਰੈਕਟਿਸ ਕਰਦੇ ਸੀ, ਬਹੁਤ ਜੀਨੀਅਸ ਡਾਕਟਰ ਸੀ। ਅਤੇ ਉਹਨਾਂ ਨੇ ਆਪਣੀ ਪ੍ਰੈਕਟਿਸ ਦੇ ਦੌਰਾਨ ਇਹ ਚੀਜ਼ਾਂ ਦੇਖੀਆਂ ਕਿ ਜਦੋਂ ਮੈਂ ਪੇਸ਼ੈਂਟ ਨੂੰ ਠੀਕ ਕਰਦਾ ਹਾਂ ਅਤੇ ਪੇਸ਼ੈਂਟ ਫਿਰ ਦੁਬਾਰਾ ਉਹੀ ਤਕਲੀਫ ਲੈ ਕੇ ਮੇਰੇ ਕੋਲ ਵਾਪਸ ਆਉਂਦਾ ਹੈ। ਕਈ ਸਾਲ ਪ੍ਰੈਕਟਿਸ ਕਰਦੇ ਅਤੇ ਉਹਨਾਂ ਨੂੰ ਲੱਗਾ ਕਿ ਮੈਂ ਆਪਣੇ ਮਰੀਜ਼ ਦੇ ਨਾਲ ਇਨਸਾਫ ਨਹੀਂ ਕਰ ਰਿਹਾ। ਮੇਰਾ ਕੰਮ ਆ ਮੇਰੀ ਬਿਮਾਰੀ ਨੂੰ ਠੀਕ ਕਰਨਾ, ਪਰ ਜਿਹੜੀ ਬਿਮਾਰੀ ਮੈਂ ਠੀਕ ਕਰਦਾ ਉਹ ਫਿਰ ਵਾਪਸ ਆ ਜਾਂਦੀ ਹੈ, ਜਾਂ ਮਰੀਜ਼ ਉਸ ਤੋਂ ਹੋਰ ਭਿਆਨਕ ਬਿਮਾਰੀ ਲੈ ਕੇ ਮੇਰੇ ਕੋਲ ਵਾਪਸ ਆਉਂਦਾ ਹੈ। ਇਸ ਚੀਜ਼ ਤੋਂ ਅਸੰਤੁਸ਼ਟ ਹੋ ਕੇ ਉਹਨਾਂ ਨੇ ਪ੍ਰੈਕਟਿਸ ਕਰਨੀ ਛੱਡ ਦਿੱਤੀ ਅਤੇ ਉਹਨਾਂ ਨੇ ਬੁੱਕਸ ਟਰਾਂਸਲੇਟ ਕਰਨੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਉਹ 4-5 ਲੈਂਗੁਏਜਿਸ ਦੇ ਗਿਆਤਾ ਸੀ। ਜਦੋਂ ਉਹਨਾਂ ਨੇ ਬੁੱਕਸ ਟਰਾਂਸਲੇਸ਼ਨ ਕਰਨੀਆਂ ਸ਼ੁਰੂ ਕੀਤੀਆਂ ਮੈਡੀਸਿਨ ਦੀਆਂ, ਉਹਦੇ ਵਿੱਚੋਂ ਉਹਨਾਂ ਨੂੰ ਇਸ ਪੈਥੀ ਦੀ, ਜਿਹਨੂੰ ਜਿੱਦਾਂ ਨਿਊਟਨ ਨੇ ਜਦੋਂ ਲਾਅ ਕੱਢਿਆ ਸੀ ਅਤੇ ਉਹਦੇ ਸਿਰ 'ਤੇ ਸੇਬ ਗਿਰਿਆ ਸੀ ਆ ਕੇ, ਇਸੇ ਤਰ੍ਹਾਂ ਇੱਕ ਕੋਟ ਉਹਨਾਂ ਨੂੰ ਮਿਲਿਆ, ਜਿਸ ਕੋਟ ਤੋਂ ਇਹ ਸਾਰੀ ਹੋਮੋਪੈਥੀ ਨਿਕਲੀ ਹੈ। ਉੱਥੋਂ ਉਹਨਾਂ ਨੇ ਆਪਣੀ ਰਿਸਰਚ ਸ਼ੁਰੂ ਕੀਤੀ ਹੈ ਅਤੇ ਇੱਕ ਇਹੋ ਜਿਹੀ ਸਾਇੰਸ ਦਿੱਤੀ ਆ ਸਾਡੇ ਇਨਸਾਨਾਂ ਨੂੰ, ਸਾਡੀ ਇਨਸਾਨੀਅਤ ਨੂੰ, ਕਿ ਜਿਹਦੇ ਵਿੱਚ ਹਰ ਬਿਮਾਰੀ ਨੂੰ ਅਸੀਂ ਜੜ੍ਹੋਂ ਠੀਕ ਕਰ ਸਕਦੇ ਹਾਂ ਅਤੇ ਮਰੀਜ਼ ਦੁਬਾਰਾ ਉਹ ਬਿਮਾਰੀ ਨੂੰ ਲੈ ਕੇ ਵਾਪਸ ਨਹੀਂ ਆਉਂਦਾ। ਹਰ ਬਿਮਾਰੀ ਮਤਲਬ ਜਿਹਦਾ ਐਲੋਪੈਥੀ ਕੋਲ ਇਲਾਜ ਨਹੀਂ ਹੈ ਉਹ ਵੀ ਬਿਮਾਰੀ ਹੈ? ਹਾਂਜੀ, ਦੇਖੋ ਹਰ ਸਾਇੰਸ, ਚਾਹੇ ਐਲੋਪੈਥੀ ਆ, ਆਯੁਰਵੇਦਾ ਆ, ਯੋਗਾ ਆ, ਹੋਮਪੈਥੀ ਆ, ਹਰ ਪੈਥੀ ਦੀ ਆਪਣੀ ਆਪਣੀ ਵੈਲਿਊ ਆ, ਆਪਣੇ ਉਹਦੇ ਡਰਾਬੈਕਸ ਆ। ਠੀਕ ਆ, ਆਪਾਂ ਕਿਸੇ ਪੈਥੀ ਨੂੰ ਕਿਸੇ ਹੋਰ ਪੈਥੀ ਨਾਲ ਕੰਪੇਅਰ ਨਹੀਂ ਕਰ ਸਕਦੇ ਕਦੀ ਵੀ। ਅੱਛਾ ਡਾਕਟਰ ਸਾਹਿਬ, ਇੱਕ ਸਵਾਲ ਆਉਂਦਾ ਹੈ ਜਦੋਂ ਅਸੀਂ ਅਕਸਰ ਐਲੋਪੈਥੀ ਵਾਲੇ ਡਾਕਟਰਸ ਦੇ ਨਾਲ ਬੈਠਦੇ ਹਾਂ, ਉਹ ਕਹਿੰਦੇ ਕਿ ਸਲੋ ਵਰਜ਼ਨ ਹੈ ਹੋਮੋਪੈਥੀ ਐਲੋਪੈਥੀ ਦਾ ਹੀ,
ਜਿੱਥੇ ਕਿ ਅਸੀਂ ਐਲੋਪੈਥੀ ਕਹਿੰਦੇ ਕਿ ਅਸੀਂ ਫਾਸਟ ਸਾਲਟ ਦੇ ਦਿੰਦੇ ਆ, ਉੱਥੇ ਲੋਅਰ ਸਾਲਟ ਦਿੰਦੇ ਨੇ, ਉਹ ਇਦਾਂ ਦਾ ਕੁਝ ਹੈ? ਇਹ ਇੱਕ ਮਿੱਥ ਬਣੀ ਆ ਸੋਸਾਇਟੀ ਦੇ ਵਿੱਚ ਕਿ ਹੋਮੋਪੈਥੀ ਸਲੋ ਕੰਮ ਕਰਦੀ ਹੈ। ਉਹਦਾ ਕਾਰਨ ਆ ਇੱਕ, ਸਭ ਤੋਂ ਵੱਡਾ ਕਾਰਨ ਇਹ ਹੈ ਕਿ ਹੋਮਿਓਪੈਥ ਕੋਲ ਪੇਸ਼ੈਂਟ ਉਦੋਂ ਆਉਂਦਾ ਜਦੋਂ ਹਰ ਪਾਸੋਂ ਜਵਾਬ ਮਿਲ ਜਾਂਦਾ ਉਹਨੂੰ, ਅਤੇ ਉਹ ਬਿਮਾਰੀ ਇੰਨੀ ਕੁ ਕਰੋਨਿਕ ਹੋ ਚੁੱਕੀ ਹੁੰਦੀ ਹੈ ਕਿ ਉਹਨੂੰ ਠੀਕ ਕਰਨ ਨੂੰ ਸਮਾਂ ਲੱਗਦਾ ਹੈ। ਅਤੇ ਜਦੋਂ ਉਹ ਸਮਾਂ ਲੱਗਦਾ ਹੈ ਤਾਂ ਉਹ ਇੱਕ ਮਿੱਥ ਬਣ ਜਾਂਦੀ ਹੈ ਕਿ ਹੋਮੋਪੈਥੀ ਜ਼ਿਆਦਾ ਸਮਾਂ ਲੈਂਦੀ ਹੈ। ਮੈਂ ਸਿਰਫ ਇੰਨੀ ਗੱਲ ਕਹੂੰਗਾ ਵੀ ਜਿਹੜਾ ਰੋਗ, ਜਿਹਨੂੰ ਆਪਾਂ ਅੱਜ ਮਾਡਰਨ ਸਾਇੰਸ ਕਹਿੰਦੇ ਆ, ਜਿਹੜਾ ਰੋਗ ਉਸ ਮਾਡਰਨ ਸਾਇੰਸ ਵਿੱਚ ਠੀਕ ਹੀ ਨਹੀਂ ਹੋ ਸਕਦਾ, ਉਹਦੇ ਲਈ ਆਪਾਂ ਨੂੰ ਸਾਰੀ ਉਮਰ ਦਵਾਈ ਖਾਣੀ ਪੈਂਦੀ ਹੈ ਉਹਨੂੰ ਕੰਟਰੋਲ ਕਰਨ ਦੇ ਲਈ। ਜੇ ਉਹ ਰੋਗ 2 ਜਾਂ 3 ਸਾਲਾਂ ਵਿੱਚ ਹੋਮੋਪੈਥੀ 'ਚ ਠੀਕ ਹੁੰਦਾ ਤਾਂ ਇਹਨੂੰ ਆਪਾਂ ਲੰਬਾ ਨਹੀਂ ਕਵਾਂਗੇ। ਵਾਕਈ ਫਿਰ ਤਾਂ ਚਲੋ ਕੋਈ ਲੰਬਾ ਨਹੀਂ ਹੈਗਾ। ਪਰ ਡਾਕਟਰ ਸਾਹਿਬ ਕਈ ਵਾਰ ਇਦਾਂ ਹੁੰਦਾ ਕਿ ਜਿਵੇਂ ਮੇਰਾ ਇੱਕ ਸਵਾਲ ਹਮੇਸ਼ਾ ਰਹਿੰਦਾ, ਮੈਂ ਬੜਾ ਉਹਨੂੰ ਲੈ ਕੇ ਜਿੱਦਾਂ ਉਹਨੂੰ ਸੋਚਦਾ ਵੀ ਹਾਂ ਕਿ ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ ਹਾਰਟ ਸਟ੍ਰੋਕ ਹੋ ਗਿਆ, ਬ੍ਰੇਨ ਸਟ੍ਰੋਕ ਹੋ ਗਿਆ, ਅਸੀਂ ਜਲਦੀ ਕਿਸੇ ਹਸਪੀਟਲ ਲੜਦੇ ਹਾਂ ਕਿ ਸਾਨੂੰ ਫਸਟ ਏਡ ਮਿਲ ਜਾਵੇ। ਐਲੋਪੈਥੀ ਦੇ ਕੋਲ ਆ ਸਕਦਾ ਬੰਦਾ ਜੇ ਉਹਨੂੰ ਇਦਾਂ ਦੀ ਬਿਮਾਰੀ ਹੋਈ ਹੋਵੇ? ਚਲੋ ਮੰਨ ਲਓ ਕਿ ਉਹਨੂੰ ਪੈਰਾਲਾਈਸਿਸ ਦਾ ਦੌਰਾ ਪੈ ਗਿਆ, ਤੇ ਉਹ ਆ ਸਕਦਾ ਹੈ? ਹਾਂਜੀ ਬਿਲਕੁਲ। ਹੋਮੋਪੈਥੀ ਵਿੱਚ ਵੀ ਸਾਰੀਆਂ ਐਮਰਜੈਂਸੀ ਨੂੰ ਹੈਂਡਲ ਕਰਨ ਦੇ ਤਰੀਕੇ ਆ, ਸਿਰਫ ਸਾਡੇ ਕੋਲ ਪੇਸ਼ੈਂਟ ਆਉਂਦੇ ਨਹੀਂ ਆ। ਉਹਦਾ ਕਾਰਨ ਆ ਕਿਉਂਕਿ ਹੋਮੋਪੈਥੀ ਹਾਲੇ ਸੁਸਾਇਟੀ ਦੇ ਵਿੱਚ ਇਹ ਵਿਸ਼ਵਾਸ ਦਿਵਾ ਨਹੀਂ ਸਕੀ ਮਰੀਜ਼ਾਂ ਨੂੰ ਕਿ ਅਸੀਂ ਐਮਰਜੈਂਸੀ ਦੇ ਵਿੱਚ ਕੰਮ ਕਰਦੇ ਹਾਂ। ਉਹਦਾ ਕਾਰਨ ਆ ਕਿਉਂਕਿ ਅਸੀਂ ਕਰਦੇ ਨਹੀਂ ਕੰਮ, ਸਾਡੇ ਕੋਲ ਪੇਸ਼ੈਂਟ ਨਹੀਂ ਆਉਂਦੇ ਐਮਰਜੈਂਸੀ ਦੇ ਵਿੱਚ, ਅਤੇ ਨਾ ਸਾਡੇ ਕੋਲ ਇੰਨੀਆਂ ਫੈਸਿਲਿਟੀਜ਼ ਆ, ਨਾ ਸਾਡੀ ਟ੍ਰੇਨਿੰਗ ਉੱਦਾਂ ਦੀ ਹੁੰਦੀ ਆ ਕਿ ਅਸੀਂ ਐਮਰਜੈਂਸੀ ਪੇਸ਼ੈਂਟ ਨੂੰ ਡੀਲ ਕਰ ਸਕੀਏ। ਜੇ ਜਿੱਦਾਂ ਦੀ ਟ੍ਰੇਨਿੰਗ ਐਲੋਪੈਥ ਦੀ ਆ, ਉੱਦਾਂ ਦੀ ਸਾਨੂੰ ਵੀ ਟ੍ਰੇਨਿੰਗ ਕਾਲਜਿਸ ਦੇ ਵਿੱਚ ਹੋਵੇ ਐਮਰਜੈਂਸੀ ਨੂੰ ਹੈਂਡਲ ਕਰਨ ਲਈ, ਉਹ ਇਕਵਿਪਮੈਂਟਸ ਨੂੰ ਹੈਂਡਲ ਕਰਨ ਲਈ, ਅਤੇ ਅਸੀਂ ਬੈਟਰ ਰਿਜ਼ਲਟ ਦੇ ਸਕਦੇ ਹਾਂ ਐਲੋਪੈਥਿਕ ਸਾਇੰਸ ਨਾਲ। ਅੱਛਾ ਡਾਕਟਰ ਸਾਹਿਬ, ਕਿਹੜੇ ਇਕਵਿਪਮੈਂਟਸ ਜਿਹੜੇ ਹੁੰਦੇ ਨੇ ਕਿ ਉਹਨਾਂ ਨੂੰ ਚਾਹੀਦੇ ਨੇ? ਜਿਵੇਂ ਅਸੀਂ ਜਿਹੜੇ ਵੱਡੇ ਮੇਜਰ ਡਾਕਟਰਸ ਦੇ ਕੋਲ ਜਾਂਦੇ ਹਾਂ, ਆਕਸੀਜਨ ਹੁੰਦੇ ਨੇ, ਬਹੁਤ ਸਾਰੀਆਂ ਹੋਰ ਮਸ਼ੀਨਾਂ ਲੱਗੀਆਂ ਹੁੰਦੀਆਂ ਨੇ, ਪਰ ਜਦੋਂ ਮੈਂ ਆਪਣੀ ਇੰਟਰੋਡਕਸ਼ਨ ਵੀ ਕਿਹਾ ਕਿ ਮਿੱਠੀਆਂ ਗੋਲੀਆਂ, ਤੇ ਕੀ ਜਦੋਂ ਹੁਣ ਬੰਦਾ ਜਿਹੜਾ ਹੈ ਉਸ ਮੇਜਰ ਹਾਲਾਤ ਦੇ ਵਿੱਚ ਤੁਹਾਡੇ ਕੋਲੇ ਆਉਂਦਾ ਤੇ ਉਹਨਾਂ ਮਿੱਠੀਆਂ ਗੋਲੀਆਂ ਦੇ ਨਾਲ ਇਲਾਜ ਹੁੰਦਾ ਜਾਂ ਬੜੇ ਸਾਰੇ ਹੋਰ ਇਕਵਿਪਮੈਂਟਸ ਵੀ ਲੱਗਦੇ ਨੇ? ਨਹੀਂ, ਫਿਲਹਾਲ ਅਸੀਂ ਜੋ ਟ੍ਰੀਟਮੈਂਟ ਕਰਦੇ ਹਾਂ ਆਪਣੀਆਂ ਮੈਡੀਸਿਨਸ ਨਾਲ ਹੀ ਕਰਦੇ ਹਾਂ। ਠੀਕ ਹੈ, ਅਸੀਂ ਪੇਸ਼ੈਂਟ ਨੂੰ ਜਦੋਂ ਸਾਡੇ ਕੋਲ ਆਉਂਦਾ ਹੈ ਐਮਰਜੈਂਸੀ ਦੇ ਵਿੱਚ, ਜੋ ਉਹਦੇ ਸਿੰਪਟਮ ਹੁੰਦੇ ਉਹ ਲੈ ਕੇ ਅਸੀਂ ਪ੍ਰਿਸਕ੍ਰਾਈਬ ਕਰਦੇ ਹਾਂ, ਔਰ ਬਹੁਤ ਅੱਛੇ ਰਿਜ਼ਲਟ ਮਿਲਦੇ ਆ ਸਾਨੂੰ ਉਹਦੇ ਵਿੱਚ। ਅੱਛਾ, ਇਹ ਮੈਂ ਜਦੋਂ ਆਪਾਂ ਆਫ ਦਾ ਕੈਮਰਾ ਗੱਲ ਕਰ ਰਹੇ ਸੀ, ਤੁਸੀਂ ਕਿਹਾ ਸੀ ਕਿ ਅਸੀਂ ਜਿਹੜੇ ਮੈਂਟਲੀ ਰਿਟਾਰਡਡ ਨੇ, ਫਿਜ਼ੀਕਲੀ ਚੈਲੰਜ ਬੱਚੇ ਨੇ, ਉਹਨਾਂ ਦਾ ਫ੍ਰੀ ਆਫ ਕਾਸਟ ਇਲਾਜ ਕਰਦੇ ਹਾਂ। ਕਿੰਨੇ ਕੁ ਉਹਦੇ ਵਿੱਚ ਜਿਹੜੇ ਨੇ ਤੁਹਾਨੂੰ ਸਫਲਤਾ ਮਿਲੀ ਹੈ? ਕਿਉਂਕਿ ਬਹੁਤ ਸਾਰੇ ਬੱਚੇ ਇਦਾਂ ਦੇ ਹੁੰਦੇ ਨੇ ਜਿਹੜੇ ਜਨਮ ਤੋਂ ਹੀ ਥੋੜਾ ਮੈਂਟਲੀ ਬੈਲੈਂਸ ਨਹੀਂ ਹੁੰਦੇ, ਜਾਂ ਆਪਾਂ ਕਹਿ ਲਈਏ ਕਿ ਮੈਂਟਲੀ ਰਿਟਾਰਡ ਹੁੰਦੇ ਨੇ, ਉਹਨਾਂ ਨੂੰ ਕਿਵੇਂ ਤੁਸੀਂ ਦੇਖਦੇ ਹੋ? ਕਿੱਦਾਂ ਟਰੀਟ ਉਹਨਾਂ ਦਾ ਹੁੰਦਾ ਹੈ, ਅਤੇ ਕੀ ਜਿਹੜਾ ਹੈ ਸਕਸੈਸ ਰੇਟ ਹੈ? ਅਸੀਂ ਤਾਂ ਖੁਦ ਹੈਰਾਨ ਹੋਏ ਜਦੋਂ ਇਹਨਾਂ ਨੇ ਟ੍ਰੀਟਮੈਂਟ ਕਰਨਾ ਸ਼ੁਰੂ ਕੀਤਾ ਕਿ ਸਾਡੇ ਡਾਕਟਰ ਪ੍ਰਫੁੱਲ ਵਿਜੇਕਰ, ਬੰਬੇ ਡੈਥ ਹੋ ਚੁੱਕੀ ਉਹਨਾਂ ਦੀ, ਉਹਨਾਂ ਨੇ ਇਸ ਚੀਜ਼ ਦੀ ਸ਼ੁਰੂਆਤ ਕੀਤੀ ਸੀ, ਅਤੇ ਸਾਨੂੰ ਵੀ ਉਹਨਾਂ ਨੇ ਸਿਖਾਇਆ ਵੀ ਇਹਨਾਂ ਨੂੰ ਕਿੱਦਾਂ ਟਰੀਟ ਕਰਨਾ ਹੈ, ਅਤੇ ਬਹੁਤ ਹੀ ਅੱਛੇ ਰਿਜ਼ਲਟ ਆ ਸਾਨੂੰ ਇਹਦੇ। ਔਰ ਔਟਿਜ਼ਮ ਵਰਗੇ ਕੇਸਿਸ ਜਿਹਦੇ 'ਚ ਐਲੋਪੈਥਿਕ ਡਾਕਟਰ ਹੱਥ ਹੀ ਨਹੀਂ ਪਾਉਂਦੇ, ਪਹਿਲਾਂ ਹੀ ਕਹਿ ਦਿੰਦੇ ਆ ਵੀ ਨਹੀਂ ਇਹਦਾ ਕੁਝ ਨਹੀਂ ਹੋ ਸਕਦਾ, ਜਾਂ ਉਹਨੂੰ ਦੂਜੀਆਂ ਟ੍ਰੇਨਿੰਗਸ ਦਿੱਤੀਆਂ ਜਾਂਦੀਆਂ, ਠੀਕ ਹੈ, ਵੋਕੇਸ਼ਨਲ ਟ੍ਰੇਨਿੰਗਸ ਦਿੱਤੀਆਂ ਜਾਂਦੀਆਂ। ਹੋਮੋਪੈਥੀ ਵਿੱਚ ਜਦੋਂ ਅਸੀਂ ਉਹਨੂੰ ਪ੍ਰਿਸਕ੍ਰਾਈਬ ਕਰਦੇ ਹਾਂ ਤਾਂ ਉਹਦੀ ਮੈਂਟਲ ਐਬਿਲਿਟੀ ਸੁਧਰਨੀ ਸ਼ੁਰੂ ਹੁੰਦੀ ਹੌਲੀ ਹੌਲੀ ਕਰਕੇ। ਔਰ ਇੱਥੇ ਤੱਕ ਵੀ ਅਸੀਂ ਕਈ ਕੇਸਿਸ ਦੇਖੇ ਆ ਕਿ ਉਹ ਅੱਜ ਆਪਣੀ ਲਾਈਫ ਨੋਰਮਲ ਬੱਚੇ ਵਾਂਗੂ ਜੀ ਰਿਹਾ। ਕਿੰਨੇ ਕੁ ਕੇਸਿਸ ਮਤਲਬ ਹੁਣ ਤੱਕ ਤੁਹਾਡੇ ਕੋਲ ਆ ਗਏ, ਕਿਉਂਕਿ ਤੁਸੀਂ 20 ਸਾਲ ਹੋ ਗਏ ਤੁਹਾਨੂੰ ਪ੍ਰੈਕਟਿਸ ਦੇ ਵਿੱਚ, ਤਾਂ ਕਿੰਨੇ ਕੁ ਕੇਸਿਸ ਜਿਹੜੇ ਨੇ ਬੱਚੇ ਜਿਹੜੇ ਇਦਾਂ ਦੇ ਸੀਗੇ ਜਿਹੜੇ ਮੈਂਟਲੀ ਰਿਟਾਰਡ ਸੀਗੇ ਉਹ ਸਹੀ ਹੋਏ ਨੇ, ਅੱਜ ਨੋਰਮਲ ਲਾਈਫ ਦੇ ਵਿੱਚ ਨੇ? ਯਾਦ ਹੈ ਕੁਝ? ਹਾਂ, ਕਾਫੀ ਕੇਸਿਸ ਆ, ਕਿਉਂਕਿ ਕੈਂਪਸ ਦੇ ਵਿੱਚ ਅਸੀਂ ਜਦੋਂ ਫ੍ਰੀ ਕੈਂਪਸ ਲਾਉਂਦੇ ਇਹਨਾਂ ਦੇ, ਉੱਥੇ ਅਸੀਂ ਕੇਸਿਸ ਦੇਖਦੇ ਹਾਂ, ਸੈਂਕੜਿਆਂ 'ਚ ਦੇਖਦੇ ਹਾਂ, ਅਤੇ ਬਹੁਤ ਅੱਛੇ ਰਿਜ਼ਲਟ ਆ ਸਾਨੂੰ, 60-70% ਰਿਜ਼ਲਟ ਮਿਲਦਾ ਇਹਦੇ 'ਚ। ਕੋਈ ਸਟੋਰੀ ਯਾਦ ਹੋਵੇ ਕਿ ਬੱਚਾ ਠੀਕ ਹੋਣ ਤੋਂ ਬਾਅਦ ਤੁਹਾਡੇ ਕੋਲ ਆਇਆ ਹੋਵੇ ਤੇ ਕਹੇ ਕਿ ਨਹੀਂ ਸਰ ਮੈਂ ਜੋ ਤੁਹਾਡੀ ਬਦੌਲਤ ਹੈ? ਕਿਉਂਕਿ ਬਹੁਤ ਹੁੰਦਾ ਹੈ ਕਿ ਲਾਈਫ ਇੱਕ ਜਿਹੜੀ ਆ ਮੁੜ ਕੇ ਦੁਬਾਰਾ ਆ ਜਾਂਦੀ, ਜ਼ਿੰਦਗੀ ਵਰਦਾਨ ਹੋ ਜਾਂਦੀ ਹੈ। ਇਹ ਤਾਂ ਮੈਂ ਆਪਣੇ ਘਰ ਦੀ ਗੱਲ ਹੀ ਦੱਸੂਗਾ ਤੁਹਾਨੂੰ। ਮੇਰਾ ਛੋਟਾ ਬ੍ਰਦਰ ਹੈ, ਉਹਦਾ ਬੇਟਾ ਔਟਿਸਟਿਕ ਹੋ ਗਿਆ ਸੀ, ਉਦੋਂ ਡੇਢ ਸਾਲ ਦਾ ਸੀ ਜਦੋਂ ਮੈਨੂੰ ਪਤਾ ਲੱਗ ਗਿਆ ਸੀ। ਉਹ ਤਾਂ ਮੰਨਦੇ ਨਹੀਂ ਸੀ, ਅਤੇ ਕਿਉਂਕਿ ਅਸੀਂ ਇਹ ਕੇਸਿਸ ਨੂੰ ਹੈਂਡਲ ਕਰਦੇ ਹਾਂ, ਇਸ ਕਰਕੇ ਸਾਨੂੰ ਬੜੀ ਅਰਲੀ ਸਟੇਜਿਸ 'ਤੇ ਇਹਦੇ ਸਿੰਪਟਮ ਮਿਲ ਜਾਂਦੇ ਆ। ਅਤੇ ਜਦੋਂ ਮੈਂ ਉਹਨੂੰ ਦੱਸਿਆ ਉਹਨੇ ਮੰਨਿਆ ਨਹੀਂ, ਫਿਰ ਉਹ ਸਰ ਗੰਗਾ ਰਾਮ ਹਸਪੀਟਲ ਦਿੱਲੀ ਦਿਖਾ ਕੇ ਆਇਆ ਸੀ ਉਹਨਾਂ ਨੂੰ, ਉੱਥੇ ਪੈਨਲ ਬੈਠਾ, ਉਹਨਾਂ ਨੇ ਉਹਨੂੰ ਔਟਿਜ਼ਮ ਡਿਕਲੇਅਰ ਕੀਤਾ ਸੀ, ਅਤੇ ਅਸੀਂ ਫਿਰ ਉਹਦਾ ਟ੍ਰੀਟਮੈਂਟ ਸ਼ੁਰੂ ਕੀਤਾ। 3 ਸਾਲਾਂ ਦੇ ਵਿੱਚ ਜਦੋਂ ਦੁਬਾਰਾ ਉਹ ਹਸਪੀਟਲ ਗਿਆ ਆ, ਅਤੇ ਉਹਨਾਂ ਨੇ ਉਹਨੂੰ ਨੈਗੇਟਿਵ ਕਰ ਦਿੱਤਾ ਸੀ। ਅੱਜ ਉਹ ਬੱਚਾ 12 ਸਾਲ ਦਾ ਆ ਅਤੇ ਆਪਣੇ ਨੋਰਮਲ ਸਕੂਲ 'ਚ ਜਾ ਰਿਹਾ, ਔਰ ਕੋਈ ਦੇਖ ਕੇ ਕੋਈ ਟੀਚਰ ਜਾਂ ਕੋਈ ਡਾਕਟਰ ਕਹਿ ਨਹੀਂ ਸਕਦਾ ਕਿ ਇਹ ਪਹਿਲਾਂ ਔਟਿਜ਼ਮ ਸੀ ਇਹਨੂੰ।
ਵਾਕਈ ਚਲੋ ਜੇ ਇਹ ਇਦਾਂ ਹੈ ਤੇ ਫਿਰ ਤੇ ਵਰਦਾਨ ਹੈ ਇੱਕ ਤਰੀਕੇ ਦੇ ਨਾਲ। ਤੁਸੀਂ ਜਿਵੇਂ ਤੁਸੀਂ ਕਿਹਾ ਸੀ ਕਿ ਹੋਮੋਪੈਥੀ ਇੱਕ ਵਰਦਾਨ ਹੈ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ ਤੁਸੀਂ ਇਹ ਵੀ ਕਹਿੰਦੇ ਸੀ ਕਿ ਮੈਂ ਜਦੋਂ ਇੱਕ ਪੁੱਛਦਾ ਸੀ ਕਿ ਐਕਸਪਰਟਿਜ਼ ਕਿਵੇਂ ਹੁੰਦੀ ਆ, ਕਿ ਤੁਹਾਡੇ ਜਿੱਦਾਂ ਹੁਣ ਆਪਾਂ ਐਲੋਪੈਥੀ ਦੀ ਗੱਲ ਕਰਦੇ ਹਾਂ ਉੱਥੇ ਅੱਖਾਂ ਦਾ ਡਾਕਟਰ ਵੱਖਰਾ ਹੁੰਦਾ ਹੈ, ਕਾਰਡੀਓਲੋਜਿਸਟ ਵੱਖਰਾ ਹੁੰਦਾ ਆ, ਇੱਦਾਂ ਹੀ ਬਹੁਤ ਸਾਰੇ ਹੋਰ ਡਾਕਟਰ ਹੁੰਦੇ ਨੇ ਜਿਹਨੂੰ ਅਸੀਂ ਕਹਿੰਦੇ ਦਿਮਾਗ ਦਾ ਵੱਖਰਾ ਹੈ, ਹੱਡੀਆਂ ਦਾ ਵੱਖਰਾ ਹੈ। ਤੇ ਐਲੋਪੈਥੀ ਦੇ ਵਿੱਚ ਇਹ ਸਭ ਕੁਝ ਹੁੰਦਾ ਹੈ, ਹੋਮੋਪੈਥੀ ਦੇ ਵਿੱਚ ਕਿਵੇਂ ਹੈ? ਉਹ ਹੋਮੋਪੈਥੀ ਇੱਕ ਡਿਫਰੈਂਟ ਸਾਇੰਸ ਆ ਬਾਕੀਆਂ ਨਾਲੋਂ। ਇਹ ਪੇਸ਼ੈਂਟ ਨੂੰ ਐਜ਼ ਅ ਹੋਲ ਟਰੀਟ ਕਰਦੀ ਹੈ। ਇਹ ਹੋਲਿਸਟਿਕ ਸਾਇੰਸ ਕਿਹਾ ਜਾਂਦਾ ਇਹਨੂੰ। ਅਸੀਂ ਇਹ ਨਹੀਂ ਮੰਨਦੇ ਕਿ ਸਾਡੇ ਕੰਨ ਅੱਖਾਂ ਤੋਂ ਅੱਡ ਆ, ਪੈਰ ਜਿਹੜੇ ਆ ਉਹ ਬਾਕੀ ਬਾਡੀ ਤੋਂ ਅਲੱਗ ਆ, ਜਾਂ ਦੰਦ ਸਾਡੀ ਬਾਕੀ ਬਾਡੀ ਤੋਂ ਅਲੱਗ ਆ। ਅਸੀਂ ਇਹਨੂੰ ਸਿੰਗਲ ਯੂਨਿਟ ਮੰਨ ਕੇ ਟਰੀਟਮੈਂਟ ਕਰਦੇ ਹਾਂ। ਹੋਮੋਪੈਥੀ ਨੂੰ ਹੋਲਿਸਟਿਕਲੀ ਟਰੀਟ ਕਰਦੀ ਹੈ। ਇਸ ਕਰਕੇ ਹੋਮੋਪੈਥੀ ਦੇ ਵਿੱਚ ਸਾਨੂੰ ਕਿਸੇ ਵੀ ਬਿਮਾਰੀ ਦਾ ਕੋਈ ਵੀ ਪੇਸ਼ੈਂਟ ਆਉਂਦਾ, ਅਸੀਂ ਸਾਰਾ ਇੱਕ ਹੋਮੋਪੈਥੀ ਹੈਂਡਲ ਕਰਦਾ, ਚਾਹੇ ਉਹ ਹਾਰਟ ਡਿਜ਼ੀਜ਼ ਹੋਵੇ, ਚਾਹੇ ਉਹ ਡਾਇਬਟੀਜ਼ ਹੋਵੇ, ਚਾਹੇ ਥਾਇਰਾਇਡ ਹੋਵੇ, ਠੀਕ ਹੈ, ਚਾਹੇ ਲੰਗਸ ਦੀ ਡਿਜ਼ੀਜ਼ ਹੋਵੇ, ਚਾਹੇ ਐਲਰਜੀ ਹੋਵੇ, ਹਰ ਚੀਜ਼ ਨੂੰ ਜਿਹੜਾ ਆ ਹੋਮੋਪੈਥ ਡੀਲ ਕਰਦਾ ਹੈ। ਇਹਦੇ ਲਈ ਕੋਈ ਅਲੱਗ-ਅਲੱਗ ਡਾਕਟਰ ਨਹੀਂ ਹੁੰਦੇ। ਅੱਛਾ, ਤੁਸੀਂ ਲੰਗਸ ਦੀ ਗੱਲ ਕਰ ਰਹੇ ਹੋ, ਤੇ ਲੰਗਸ ਜਦੋਂ ਕਿੰਨੇ ਪਰਸੈਂਟ ਚਾਂਸਿਸ ਹੁੰਦੇ, ਕਿਉਂਕਿ ਬਹੁਤ ਵਾਰ ਹੁੰਦਾ ਕਿ ਬਹੁਤ ਜ਼ਿਆਦਾ ਡੈਮੇਜ ਹੋ ਗਿਆ ਹੁੰਦਾ ਆ, ਤੇ ਬਹੁਤ ਸਾਰੇ ਡਾਕਟਰ ਜਿਵੇਂ ਹੁਣ ਜੇ ਅਸੀਂ ਬਾਕੀ ਦੇ ਕਹਿ ਲਈਏ ਕਿ ਉਹ ਕਹਿੰਦੇ ਜੀ ਅਸੀਂ 90% ਖਰਾਬ ਹੋਏ ਵੀ ਕਰ ਲੈਂਦੇ ਹਾਂ, 70% ਹੋਏ ਖਰਾਬ ਵੀ ਠੀਕ ਕਰ ਲੈਂਦੇ ਹਾਂ। ਤੇ ਜੇ ਹੋਮੋਪੈਥੀ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਪਰਸੈਂਟ ਡੈਮੇਜ ਹੋਇਆ ਹੋਵੇ ਤਾਂ ਉਹ ਮੁੜ ਸੁਰਜੀਤ ਹੋ ਸਕਦਾ ਹੈ, ਮੁੜ ਠੀਕ ਹੋ ਸਕਦਾ? ਨਹੀਂ, ਕਿਸੇ ਵੀ ਹੱਦ ਤੱਕ ਹੋਵੇ ਪੇਸ਼ੈਂਟ ਠੀਕ ਹੋ ਸਕਦਾ ਆ। ਇਹਨੂੰ ਅਸੀਂ ਇੱਦਾਂ ਮੰਨ ਕੇ ਨਹੀਂ ਚੱਲ ਸਕਦੇ ਕਿ ਜੇ ਇੰਨੇ ਪਰਸੈਂਟ ਆ ਤੇ ਉਹਨੂੰ ਅਸੀਂ ਮੈਡੀਸਿਨ ਨਹੀਂ ਦੇਣੀ ਜਾਂ ਉਹਨੂੰ ਠੀਕ ਨਹੀਂ ਕਰਨਾ। ਇਹਦਾ ਕੋਈ ਇੱਦਾਂ ਦਾ ਕ੍ਰਾਈਟੇਰੀਆ ਨਹੀਂ ਹੈਗਾ। ਅੱਛਾ, ਹੋਮੋਪੈਥੀ ਕੰਮ ਕਿੱਦਾਂ ਕਰਦੀ ਹੈ? ਕਿਉਂਕਿ ਦੇਖਿਆ ਹੁੰਦਾ ਛੋਟੀਆਂ-ਛੋਟੀਆਂ ਡੱਬੀਆਂ ਨੇ, ਗੋਲੀਆਂ ਤੁਸੀਂ ਛੋਟੀਆਂ-ਛੋਟੀਆਂ ਗੋਲੀਆਂ ਦਿੰਦੇ ਹੋ, ਮਿੱਠੀਆਂ ਗੋਲੀਆਂ ਜਿਹਨੂੰ ਆਪਾਂ ਕਹਿੰਦੇ ਉਹ ਹੁੰਦੀਆਂ, ਕਿੱਦਾਂ ਕੰਮ ਕਰਦੀਆਂ ਇਹ? ਜਿਹੜੀਆਂ ਹੋਮੋਪੈਥਿਕ ਜਿਹੜਾ ਆਪਾਂ ਗੋਲੀਆਂ ਕਹਿੰਦੇ ਆ, ਉਹ ਇੱਕ ਸਿਰਫ ਵਹੀਕਲ ਹੁੰਦਾ ਹੈ, ਠੀਕ ਹੈ। ਉਹਦੇ ਵਿੱਚ ਅਸੀਂ ਮੈਡੀਸਿਨ ਪਾਉਂਦੇ ਹਾਂ, ਡਿਲਿਊਟ ਮੈਡੀਸਿਨ ਜਿਹੜੀ ਹੁੰਦੀ ਆ ਲਿਕੁਇਡ ਫਾਰਮ ਦੇ ਵਿੱਚ ਮੈਡੀਸਿਨ ਹੁੰਦੀ ਆ, ਉਹਨੂੰ ਅਸੀਂ ਉਹਨਾਂ ਗੋਲੀਆਂ ਦੇ ਉੱਤੇ ਪਾਉਂਦੇ ਹਾਂ, ਅਤੇ ਉਹ ਗੋਲੀਆਂ ਜਿਹੜੀਆਂ ਆ ਜਿੰਨੀ ਉਹਨਾਂ ਨੂੰ ਲੋੜ ਹੁੰਦੀ ਉਨੀ ਮੈਡੀਸਿਨ ਚੂਸ ਲੈਂਦੀ ਆ, ਬਾਕੀ ਮੈਡੀਸਿਨ ਉੱਡ ਜਾਂਦੀ ਆ। ਅਤੇ ਉਹ ਮੈਡੀਸਿਨ ਫਿਰ ਜਦੋਂ ਪੇਸ਼ੈਂਟ ਆਪਣੇ ਮੂੰਹ 'ਚ ਰੱਖਦਾ ਹੈ, ਆਪਣੀ ਜੀਭ 'ਤੇ ਰੱਖਦਾ ਆ, ਉਹਦੇ ਨਰਵਸ ਸਿਸਟਮ ਦੇ ਥਰੂ ਆਪਣਾ ਐਕਸ਼ਨ ਸ਼ੁਰੂ ਕਰ ਦਿੰਦੀ ਆ। ਅੱਜ ਤੁਸੀਂ ਕਹਿੰਦੇ ਹੋਲਿਸਟਿਕ ਸਾਇੰਸ ਹੈ, ਤੇ ਕਿਹੜੀਆਂ ਬਿਮਾਰੀਆਂ ਤੁਸੀਂ ਜਿਹੜੀਆਂ ਨੇ ਮਤਲਬ ਟਰੀਟ ਕਰਦੇ ਹੋ? ਤੁਹਾਡੇ ਕੋਲੇ ਮੇਜਰ, ਕਿਉਂਕਿ ਵੱਡੀ ਪ੍ਰੈਕਟਿਸ ਦਾ ਸਮਾਂ ਹੈ ਤੁਹਾਡਾ, ਤੇ ਐਕਿਊਟ ਸਿੰਡਰੋਮ ਜਿਹੜੇ ਨੇ ਜਾਂ ਐਕਿਊਟ ਜਾਂ ਕ੍ਰੋਨਿਕ ਡਿਸੀਜ਼ ਕਿਹੜੀਆਂ ਸੀ ਜਿਹੜੀਆਂ ਤੁਹਾਡੇ ਕੋਲ ਆਈਆਂ ਤੁਸੀਂ ਟਰੀਟ ਕੀਤੀਆਂ? ਹੋਮੋਪੈਥੀ ਕਿਸੇ ਵੀ ਤਰ੍ਹਾਂ ਦੀ ਡਿਜ਼ੀਜ਼ ਨੂੰ ਟਰੀਟ ਕਰਦੀ ਹੈ, ਚਾਹੇ ਅਕਿਊਟ ਆਵੇ ਚਾਹੇ ਕ੍ਰੋਨਿਕ ਆਵੇ। ਉਹ ਹਾਰਟ ਅਟੈਕ ਤੋਂ ਲੈ ਕੇ ਕੈਂਸਰ ਤੱਕ ਹਰ ਡਿਜ਼ੀਜ਼ ਨੂੰ ਟਰੀਟ ਕਰਨ ਦੇ ਵਿੱਚ ਸક્ષਮ ਹੈ। ਅੱਛਾ, ਆਮ ਜੇ ਅਸੀਂ ਦਿਲ ਦੀਆਂ ਬਿਮਾਰੀਆਂ ਕਹਿ ਲਈਏ ਤੇ ਉਹ ਕਹਿੰਦੇ ਆ ਕਿ ਜਦੋਂ ਤੁਹਾਡਾ ਪੰਪ ਕਰਨਾ ਬੰਦ ਕਰ ਦਿੰਦਾ ਤੁਸੀਂ ਸਟੱਡ ਪਵਾ ਲਓ, ਤੇ ਹੋਮੋਪੈਥੀ ਦੇ ਵਿੱਚ ਇਦਾਂ ਦਾ ਹੈ ਕਿ ਕੁਝ ਆਰਗਨ ਫੇਲੀਅਰ ਹੈ ਤੇ ਉਹਨੂੰ ਚੇਂਜ ਕਰਨਾ ਹੀ ਪੈਣਾ? ਨਹੀਂ, ਹੋਮੋਪੈਥੀ ਸਗੋਂ ਉਸ ਖਰਾਬ ਆਰਗਨ ਨੂੰ ਠੀਕ ਕਰ ਦਿੰਦੀ ਹੈ। ਜੇ ਬਲੋਕੇਜ ਹੈਗੀ ਆ, ਅਸੀਂ ਮੈਡੀਸਿਨ ਦਿੰਦੇ ਆ, ਥੋੜ੍ਹੀ ਦੇਰ ਦਵਾਈ ਖਾਣ ਤੋਂ ਬਾਅਦ ਬਲੋਕੇਜ ਖੁੱਲ੍ਹਣੀ ਸ਼ੁਰੂ ਹੋ ਜਾਂਦੀ ਹੌਲੀ ਹੌਲੀ ਕਰਕੇ। ਜੇ ਤੁਹਾਡਾ ਹਾਰਟ ਪ੍ਰੋਪਰ ਫੰਕਸ਼ਨ ਨਹੀਂ ਕਰ ਰਿਹਾ, ਕਿਤੇ ਤੁਹਾਡਾ ਹਾਰਟ ਐਨਲਾਰਜ ਹੋ ਗਿਆ ਆ ਬਲੱਡ ਪ੍ਰੈਸ਼ਰ ਜ਼ਿਆਦਾ ਹੋਣ ਕਰਕੇ, ਉਹ ਵੀ ਜਦੋਂ ਅਸੀਂ ਉਹਦੀ ਮੈਡੀਕੇਸ਼ਨ ਕਰਦੇ ਹਾਂ, ਟਰੀਟਮੈਂਟ ਕਰਦੇ ਹਾਂ, ਹੌਲੀ ਕਰਕੇ ਉਹਦਾ ਜਿਹੜਾ ਹਾਰਟ ਆ ਆਪਣੀ ਨੋਰਮਲ ਕੰਡੀਸ਼ਨ ਦੇ ਉੱਤੇ ਆ ਜਾਂਦਾ ਹੈ। ਕਿਸੇ ਵੀ ਤਰ੍ਹਾਂ ਦੇ ਆਪਰੇਸ਼ਨ ਦੀ ਲੋੜ ਨਹੀਂ ਪੈਂਦੀ। ਹੋਮੋਪੈਥੀ ਸਗੋਂ ਆਪਰੇਸ਼ਨ ਤੋਂ ਬਚਾਉਂਦੀ ਆ। ਜਿਵੇਂ ਸਟੋਨ ਦੇ ਕੇਸਿਸ ਆ, ਗਾਲ ਬਲੈਡਰ ਸਟੋਨ ਦਾ ਮੰਨਿਆ ਜਾਂਦਾ ਕਿ ਠੀਕ ਨਹੀਂ ਹੁੰਦਾ, ਪਰ ਇਹ ਮਿਥ ਹੈ ਇੱਕ। ਹੋਮੋਪੈਥੀ ਵਿੱਚ ਗਾਲ ਬਲੈਡਰ ਸਟੋਨ ਵੀ ਠੀਕ ਹੁੰਦੇ ਆ, ਕਿਡਨੀ ਸਟੋਨ ਤਾਂ ਹੁੰਦੇ ਹੀ ਹੁੰਦੇ ਆ, ਠੀਕ ਹੈ। ਜਿੰਨੇ ਸਰਜੀਕਲ ਕੇਸਿਸ ਆ, ਜਿਵੇਂ ਹਰਨੀਆਜ਼ ਆ, ਟਿਊਮਰਸ ਆ, ਇਹ ਸਾਰੇ ਕੇਸਿਸ ਹੋਮੋਪੈਥੀ ਈਜ਼ੀਲੀ ਹੈਂਡਲ ਕਰਦੀ ਹੈ। ਅੱਛਾ, ਤੁਸੀਂ ਬ੍ਰੇਨ ਟਿਊਮਰ ਦੀ ਵੀ ਗੱਲ ਕਰਦੇ ਸੀ ਕਿ ਸਾਡੇ ਕੋਲੇ ਬ੍ਰੇਨ ਟਿਊਮਰ ਤੱਕ ਵੀ ਜਿਹੜੇ ਨੇ ਉਹ ਠੀਕ ਹੋਏ ਨੇ। ਬ੍ਰੇਨ ਟਿਊਮਰ ਕਿਸ ਹੱਦ ਤੱਕ ਠੀਕ ਹੋ ਜਾਂਦਾ ਆ, ਜਾਂ ਸਾਰੀਆਂ ਹੱਦਾਂ ਤੱਕ ਠੀਕ ਹੋ ਜਾਂਦਾ? ਕਿਉਂਕਿ ਡਾਕਟਰ ਕਹਿੰਦੇ ਨੇ ਕਿ ਜੀ ਹੁਣ ਬਹੁਤ ਵੱਧ ਗਿਆ, ਹੁਣ ਤਾਂ ਆਪਰੇਟ ਹੀ ਜਿਹੜਾ ਇੱਕ ਇਲਾਜ ਹੈ। ਕਦੇ ਹੋਮੋਪੈਥੀ ਦੀ ਚੀਜ਼ਾਂ ਹੋਇਆ ਕਿ ਕੋਈ ਆਪਰੇਟ ਜਾਂ ਸਰਜਰੀ ਹੋਈ ਹੈ, ਜਾਂ ਇਹਦੇ ਵਿੱਚ ਇੱਦਾਂ ਦਾ ਕੁਝ ਹੈ ਹੀ ਨਹੀਂ ਆ? ਨਹੀਂ, ਸਰਜਰੀ ਹੋਮੋਪੈਥੀ 'ਚ ਨਹੀਂ ਹੈ। ਸਰਜਰੀ ਇੱਕ ਡਿਫਰੈਂਟ ਬ੍ਰਾਂਚ ਆ ਮੈਡੀਸਨ ਦੀ, ਅਤੇ ਹੋਮੋਪੈਥੀ 'ਚ ਸਰਜਰੀ ਨਹੀਂ ਕਰਦੇ ਅਸੀਂ ਉਹਨਾਂ ਸਰਜੀਕਲ ਕੇਸਿਸ ਨੂੰ ਮੈਡੀਸਨ ਨਾਲ ਠੀਕ ਕਰਦੇ ਹਾਂ। ਜਿੱਦਾਂ ਬ੍ਰੇਨ ਟਿਊਮਰ ਹੋ ਜਾਂਦੇ ਆ, ਸਾਡੇ ਕੋਲ ਕੇਸਿਸ ਆਉਂਦੇ ਆ ਆਪਰੇਟਿਡ ਟਿਊਮਰ ਦੇ, ਵੀ ਇੱਕ ਵਾਰੀ ਹੋਇਆ ਟਿਊਮਰ, ਫਿਰ ਦਵਾਈ ਦਿੱਤੀ, ਉਹਨਾਂ ਨੇ ਆਪਰੇਟ ਕੀਤਾ, ਫਿਰ ਟਿਊਮਰ ਹੋ ਗਿਆ, ਫਿਰ ਆਪਰੇਟ ਕੀਤਾ, ਫਿਰ ਟਿਊਮਰ ਹੋ ਗਿਆ। ਉਹਨਾਂ ਕੇਸਿਸ ਦੇ ਵਿੱਚ ਹੋਮੋਪੈਥੀ ਬਹੁਤ ਵਧੀਆ ਕੰਮ ਕਰਦੀ ਹੈ। ਉਹ ਸਿਰਫ ਤੇ ਸਿਰਫ ਮੈਂਟਲੀ ਜਿਹੜਾ ਹੈ, ਤੁਸੀਂ ਜਿਵੇਂ ਕਹਿੰਦੇ ਹੋ ਕਿ ਮੈਂਟਲ ਜਿਹੜਾ ਹੈ ਨਰਵਸ ਸਿਸਟਮ ਦੇ ਥਰੂ ਕੰਮ ਕਰਦੀ ਹੈ, ਤੇ ਉਦੋਂ ਵੀ ਉਹ ਨਰਵਸ ਸਿਸਟਮ ਦੇ ਥਰੂ ਹੀ ਕੰਮ ਕਰਦੀ ਹੈ? ਹਾਂ, ਸਾਰੀ ਮੈਡੀਸਨ ਸਾਡੀ ਜਿਹੜੀ ਜਦੋਂ ਜੀਭ 'ਤੇ ਰੱਖਦੇ ਹਾਂ, ਉਹਦਾ ਐਕਸ਼ਨ ਉਦੋਂ ਸ਼ੁਰੂ ਹੋ ਜਾਂਦਾ। ਨੋਰਮਲੀ ਕੀ ਆਪਾਂ ਮੈਡੀਸਨ ਕੋਈ ਵੀ ਲੈਂਦੇ ਹਾਂ, ਐਲੋਪੈਥੀ, ਆਯੁਰਵੇਦਾ, ਪਹਿਲਾਂ ਸਾਡੇ ਪੇਟ 'ਚ ਜਾਂਦੀ ਹੈ, ਫਿਰ ਉਹ ਹਜ਼ਮ ਹੁੰਦੀ ਹੈ,
ਹਜ਼ਮ ਹੋਣ ਤੋਂ ਬਾਅਦ ਫਿਰ ਉਹ ਬਲੱਡ 'ਚ ਮਿਲਦੀ ਆ, ਫਿਰ ਉਹ ਐਕਸ਼ਨ ਕਰਦੀ ਆ। ਪਰ ਹੋਮੋਪੈਥਿਕ ਮੈਡੀਸਨ ਜਦੋਂ ਆਪਾਂ ਜੀਭ ਤੇ ਰੱਖਦੇ ਹਾਂ ਜਾਂ ਸੁੰਘਦੇ ਹਾਂ, ਉਹਦੇ ਨਾਲ ਹੀ ਉਹਦਾ ਐਕਸ਼ਨ ਸਟਾਰਟ ਹੋ ਜਾਂਦਾ ਹੈ। ਸੋ ਇਹ ਨਰਵਸ ਸਿਸਟਮ ਦੇ ਥਰੂ ਕੰਮ ਕਰਦੀ ਹੈ। ਅੱਛਾ, ਹੋਰ ਕਿਹੜੇ ਤੁਸੀਂ ਕਹਿੰਦੇ ਹੋਲਿਸਟਿਕ ਸਾਇੰਸ ਹੈ, ਤੇ ਕਿੱਦਾਂ ਇਹ ਹੋਲਿਸਟਿਕ ਸਾਇੰਸ ਹੈ, ਤੇ ਕਿਵੇਂ ਤੁਸੀਂ ਕਿਹੜੀਆਂ ਬਿਮਾਰੀਆਂ, ਜਿਵੇਂ ਹੁਣ ਸ਼ੂਗਰ ਦੀ ਗੱਲ ਕਰ ਲੈਂਦੇ ਆਪਾਂ, ਸ਼ੂਗਰ ਜਿਹੜਾ ਹੈ ਉਹ ਕਹਿੰਦੇ ਜੀ ਕੰਟਰੋਲ ਕੀਤੀ ਜਾ ਸਕਦੀ ਹੈ, ਉਹਨੂੰ ਜੜ ਤੋਂ ਨਹੀਂ ਖਤਮ ਕੀਤਾ ਜਾ ਸਕਦਾ। ਕੀ ਹੋਮੋਪੈਥੀ ਦੇ ਥਰੂ ਜਿਹੜਾ ਹੈ ਉਹਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ? ਹਾਂਜੀ, ਹੋਮੋਪੈਥੀ ਵਿੱਚ ਇਨਸੂਲਿਨ ਡਿਪੈਂਡੈਂਟ ਸ਼ੂਗਰ ਵੀ ਅਤੇ ਨਾਨ ਇਨਸੂਲਿਨ ਡਿਪੈਂਡੈਂਟ ਸ਼ੂਗਰ ਵੀ, ਦੋਨੋਂ ਤਰ੍ਹਾਂ ਦੀਆਂ ਸ਼ੂਗਰ ਨੂੰ ਠੀਕ ਕੀਤਾ ਜਾ ਸਕਦਾ ਹੈ, ਬਸ਼ਰਤੇ ਕਿ ਹੋਮੋਪੈਥਿਕ ਪ੍ਰਿੰਸੀਪਲ ਦੇ ਉੱਤੇ ਕੰਮ ਕੀਤਾ ਜਾਵੇ। ਦੇਖੋ, ਹੋਮੋਪੈਥੀ ਮੰਨਦੀ ਆ ਕਿ ਹੋਮੋਪੈਥੀ ਟਰੀਟਸ ਦਾ ਮੈਨ ਇਨ ਡਿਜ਼ੀਜ਼, ਨੋਟ ਏ ਡਿਜ਼ੀਜ਼ ਇਨ ਮੈਨ। ਪਹਿਲਾਂ ਇਨਸਾਨ ਬਿਮਾਰ ਹੁੰਦਾ ਹੈ, ਫਿਰ ਉਹਦੇ 'ਤੇ ਬਿਮਾਰੀ ਆਉਂਦੀ ਹੈ। ਅਸੀਂ ਉਸ ਇਨਸਾਨ ਨੂੰ ਠੀਕ ਕਰਨਾ ਹੁੰਦਾ ਹੈ। ਇਹ ਸਾਡੇ ਬੋਡੀ ਦੇ ਜਿਹੜੇ ਸਿਸਟਮਸ ਆ ਅੰਦਰ, ਇਹ ਡਿਸਆਰਗੇਨਾਈਜ਼ ਹੋ ਜਾਂਦੇ ਆ, ਕਿਉਂਕਿ ਸਾਡੇ ਅਸੀਂ ਜਦੋਂ ਸਟ੍ਰੈਸ 'ਚ ਜਾਂਦੇ ਆ, ਉਦੋਂ ਇਹ ਸਟ੍ਰੈਸ ਜਿਹੜੀ ਆ ਸਾਡੇ ਉਹਨਾਂ ਔਰਗਨਸ ਦੀਆਂ ਫੰਕਸ਼ਨਿੰਗ ਨੂੰ ਡਿਸਆਰਗੇਨਾਈਜ਼ ਕਰ ਦਿੰਦੇ ਆ। ਅਤੇ ਸਾਡਾ ਕੰਮ, ਜਿਹੜੀ ਹੋਮੋਪੈਥਿਕ ਮੈਡੀਸਨ ਦਾ ਕੰਮ ਆ, ਉਹਨਾਂ ਨੂੰ ਠੀਕ ਕਰਨਾ ਆ, ਨਾ ਕਿ ਇੱਕ ਇੱਕ ਔਰਗਨ ਨੂੰ ਫੜ ਕੇ ਠੀਕ ਕਰਨਾ ਹੈ। ਜਦੋਂ ਅਸੀਂ ਮੈਨ ਨੂੰ ਠੀਕ ਕਰਦੇ ਹਾਂ, ਠੀਕ ਆ, ਜਿਹਦੇ ਕਰਕੇ ਅੱਗੋਂ ਬਿਮਾਰੀ ਆਈ ਆ, ਅਤੇ ਉਹ ਬਿਮਾਰੀ ਆਪਣੇ ਆਪ ਨਿਕਲ ਜਾਂਦੀ ਹੈ ਅਤੇ ਦੁਬਾਰਾ ਨਹੀਂ ਆਉਂਦੀ ਫਿਰ ਵਾਪਸ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ, ਤੁਸੀਂ ਕਹਿੰਦੇ ਹੋ ਕਿ ਜੜ ਤੋਂ ਖਤਮ ਹੋ ਜਾਂਦਾ ਹੈ, ਤੇ ਸ਼ੂਗਰ ਨੂੰ ਕਿੰਨਾ ਟਾਈਮ ਲੱਗਦਾ ਜੇ ਅਸੀਂ ਜੜ ਤੋਂ ਖਤਮ ਕਰਨਾ ਹੋਵੇ ਦੋਹਾਂ ਤਰ੍ਹਾਂ ਦੀ? ਕਿਸੇ ਵੀ ਬਿਮਾਰੀ ਨੂੰ ਕਿੰਨਾ ਟਾਈਮ ਲੱਗਦਾ, ਡਿਪੈਂਡ ਕਰਦਾ ਆ ਕਿ ਉਹ ਕਿੰਨੀ ਪੁਰਾਣੀ ਹੈ ਅਤੇ ਉਹਨੇ ਕਿੰਨਾ ਖਰਾਬ ਕੀਤਾ ਹੋਇਆ ਬੋਡੀ ਨੂੰ, ਠੀਕ ਹੈ। ਅਤੇ ਇਹਨਾਂ ਦੋ ਚੀਜ਼ਾਂ 'ਤੇ ਮੇਨ ਡਿਪੈਂਡ ਕਰਦਾ ਹੈ। ਇਹਨੂੰ ਆਪਾਂ ਇੱਕ ਪਰਟੀਕੂਲਰ ਟਾਈਮ ਦੇ ਵਿੱਚ ਹਰ ਪੇਸ਼ੈਂਟ ਨੂੰ ਨਹੀਂ ਬੰਨ੍ਹ ਸਕਦੇ, ਹਰ ਡਿਜ਼ੀਜ਼ ਨੂੰ ਇੱਕ ਪਰਟੀਕੂਲਰ 'ਚ ਨਹੀਂ ਬੰਨ੍ਹ ਸਕਦੇ ਕਿ ਇੰਨੇ ਟਾਈਮ 'ਚ ਠੀਕ ਹੋ ਹੀ ਜਾਊਗੀ। ਅੱਛਾ ਡਾਕਟਰ ਸਾਹਿਬ, ਜਦੋਂ ਆਪਾਂ ਜੋੜਾਂ ਦੀ ਗੱਲ ਕਰਦੇ ਹਾਂ ਤੇ ਜੋੜਾਂ ਦੁਖਣ ਦੀ ਗੱਲ ਕਰਦੇ ਹਾਂ, ਤੇ ਅਸੀਂ ਡਾਕਟਰਸ ਦੇ ਕੋਲ ਚਲੇ ਜਾਂਦੇ ਹਾਂ, ਦੂਸਰੇ ਡਾਕਟਰ ਜਿਹੜੇ ਹੱਡੀਆਂ ਦੇ ਮਾਹਰ ਹੁੰਦੇ ਨੇ, ਕੀ ਹੋਮੋਪੈਥੀ ਦੇ ਕੋਲ ਹੱਡੀਆਂ ਦਾ ਇਲਾਜ ਵੀ ਹੈ, ਜੋੜਾਂ ਦੇ ਦਰਦ ਦਾ ਵੀ ਇਲਾਜ ਹੈ? ਹਾਂਜੀ, ਹੋਮੋਪੈਥੀ 'ਚ ਹਰ ਤਰ੍ਹਾਂ ਦੇ ਗਠੀਏ ਦਾ ਇਲਾਜ ਹੈ, ਕਿਸੇ ਵੀ ਤਰ੍ਹਾਂ ਦਾ ਗਠੀਆ ਹੋਵੇ। ਜਦ ਕਿ ਦੂਸਰੀਆਂ ਪੈਥੀਜ਼ ਦੇ ਵਿੱਚ ਪੇਨਸ ਲਈ ਦਵਾਈਆਂ ਦਿੱਤੀਆਂ ਜਾਂਦੀਆਂ, ਕਿ ਪੇਨ ਹੋ ਰਹੀ ਹੈ ਤਾਂ ਪੇਨ ਕਿਲਰ ਦੇ ਦਿਓ ਜਾਂ ਸਟੀਰੋਇਡਸ ਦੇ ਦਿਓ, ਜਿਹਦੇ ਨਾਲ ਟੈਂਪਰੇਰੀ ਤੌਰ 'ਤੇ ਪੇਨ ਘਟਦੀ ਹੈ। ਪਰ ਹੋਮੋਪੈਥਿਕ ਮੈਡੀਸਨ ਜਿਹੜੀ ਆ, ਉਹਦੀ ਪਹਿਲਾਂ ਪੇਨ ਨਹੀਂ ਘਟਾਏਗੀ। ਹੋਮੋਪੈਥਿਕ ਮੈਡੀਸਨ ਪਹਿਲਾਂ ਦੀ ਬਿਮਾਰੀ ਘਟਾਏਗੀ। ਜਿੱਦਾਂ ਜਿੱਦਾਂ ਬਿਮਾਰੀ ਘਟਦੀ ਜਾਏਗੀ, ਉੱਦਾਂ ਉੱਦਾਂ ਪੇਨ ਘਟਦੀ ਜਾਏਗੀ, ਠੀਕ ਹੈ। ਹਰ ਤਰ੍ਹਾਂ ਦਾ ਗਠੀਆ ਜਿਹੜਾ ਆ, ਹਰ ਤਰ੍ਹਾਂ ਦੀ ਪੇਨ ਆ, ਹਰ ਤਰ੍ਹਾਂ ਦੀਆਂ ਜੋੜਾਂ ਦੀਆਂ ਪ੍ਰੋਬਲਮਸ ਨੂੰ ਹੋਮੋਪੈਥੀ ਪੂਰੀ ਤਰ੍ਹਾਂ ਠੀਕ ਕਰ ਦਿੰਦੀ ਹੈ ਜੀ। ਅੱਛਾ, ਇੱਕ ਵੀ ਹੁੰਦਾ ਹੈ ਕਿ ਅਸੀਂ ਮਾਲ ਨਿਊਟ੍ਰੀਸ਼ਨ ਦੇ ਸ਼ਿਕਾਰ ਹੋ ਗਏ ਹਾਂ ਤੇ ਸਾਨੂੰ ਮਲਟੀਵਿਟਾਮਿਨਸ ਦੇ ਦਿੰਦੇ ਨੇ, ਤੇ ਜਦੋਂ ਅਸੀਂ ਹੋਮੋਪੈਥੀ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਵੀ ਕੋਈ ਮਲਟੀਵਿਟਾਮਿਨਸ ਦਿੰਦਾ ਆ, ਜਾਂ ਫਿਰ ਕੁਝ ਹੋਰ ਇੱਦਾਂ ਦੀ ਕੋਈ ਚੀਜ਼ ਹੁੰਦੀ ਹੈ D3 ਵਰਗੀ, ਜਾਂ ਆਪਾਂ ਕਹਿ ਲਈਏ ਕਿ ਵਿਟਾਮਿਨ C ਵਰਗੀ ਕੁਝ ਚੀਜ਼ ਹੁੰਦੀ ਹੈ? ਦੇਖੋ, ਜਿਹੜੀ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਹੈ, ਦੋ ਤਰੀਕੇ ਨਾਲ ਆ। ਇੱਕ ਤਾਂ ਇਹ ਆ ਕਿ ਅਸੀਂ ਨਿਊਟ੍ਰੀਸ਼ਨ ਪ੍ਰੋਪਰ ਲੈ ਰਹੇ ਹਾਂ, ਪਰ ਫਿਰ ਵੀ ਸਾਨੂੰ ਉਸ ਚੀਜ਼ ਦੀ ਕਮੀ ਹੋ ਰਹੀ ਬੋਡੀ 'ਚ, ਕਿਉਂਕਿ ਬੋਡੀ ਉਸ ਨੂੰ ਪਚਾ ਹੀ ਨਹੀਂ ਰਹੀ। ਉਹ ਸਿਸਟਮ ਜਿਹੜਾ ਸਾਡਾ ਆ ਕੈਲਸ਼ੀਅਮ ਨੂੰ ਯੂਜ਼ ਕਰਨ ਦਾ, ਉਹ ਸਿਸਟਮ ਹੀ ਨਹੀਂ ਕੰਮ ਕਰ ਰਿਹਾ, ਜਾਂ ਵਿਟਾਮਿਨ ਡੀ ਨੂੰ ਯੂਜ਼ ਕਰਨ ਦਾ ਸਾਡੇ ਕੋਲ ਪ੍ਰੋਡਕਟ ਹੈਗਾ ਬੋਡੀ ਦੇ ਅੰਦਰ, ਪਰ ਉਹ ਬਣਾ ਨਹੀਂ ਰਿਹਾ ਪ੍ਰੋਪਰ। ਉਹਦਾ ਇਲਾਜ ਪੂਰਾ ਹੋਮੋਪੈਥੀ ਵਿੱਚ ਹੈਗਾ ਆ। ਹੁਣ ਇੱਕ ਦੂਸਰੀ ਨਿਊਟ੍ਰੀਸ਼ਨ ਆ ਜਿਹੜੀ ਸਾਨੂੰ ਡਾਈਟ 'ਚ ਮਿਲ ਹੀ ਨਹੀਂ ਰਹੀ। ਜਿਹੜੀ ਸਾਨੂੰ ਡਾਈਟ 'ਚ ਚੀਜ਼ ਨਹੀਂ ਮਿਲ ਰਹੀ, ਉਹਦੇ ਲਈ ਸਾਨੂੰ ਡਾਈਟ ਲੈਣੀ ਪਏਗੀ। ਅੱਛਾ, ਮਤਲਬ ਉਹਦੇ ਵਿੱਚ ਜਿੱਦਾਂ ਐਲੋਪੈਥੀ ਦੇ ਕੋਲ ਸਾਡੇ ਕੋਲੇ ਮਲਟੀਵਿਟਾਮਿਨ ਕਰਕੇ ਕੈਪਸੂਲ ਆ ਜਾਂਦੇ ਨੇ, ਬਹੁਤ ਸਾਰੇ ਸੀਰਮ ਅੱਜ ਕੱਲ੍ਹ ਆਉਣੇ ਸ਼ੁਰੂ ਹੋ ਗਏ, ਔਰਲ ਸੀਰਮ, ਅਤੇ ਮਤਲਬ ਐਲੋਪੈਥੀ ਦੇ ਵਿੱਚ ਇਹ ਸਭ ਕੁਝ ਹੈ, ਹੋਮੋਪੈਥੀ ਦੇ ਵਿੱਚ ਇੱਦਾਂ ਨਹੀਂ ਆਉਂਦਾ ਕੁਝ? ਨਹੀਂ, ਇਹ ਤਾਂ ਨਿਊਟ੍ਰੀਸ਼ਨ ਆ, ਆਪਾਂ ਕਿਸੇ ਵੀ ਡਾਈਟ ਤੋਂ ਲੈ ਸਕਦੇ ਹਾਂ। ਇਹਦੇ ਲਈ ਜ਼ਰੂਰੀ ਨਹੀਂ ਹੈ ਕਿ ਆਪਾਂ ਨੂੰ ਗੋਲੀ ਜਾਂ ਕੈਪਸੂਲ ਹੀ ਲੈਣਾ ਪਵੇ। ਅੱਛਾ, ਇਸ ਤੋਂ ਇਲਾਵਾ ਹੋਰ ਕਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਤੁਸੀਂ ਕਹਿੰਦੇ ਹੋ ਕਿ ਹੋਮੋਪੈਥੀ ਦੇ ਥਰੂ ਅਸੀਂ ਜੜ ਤੋਂ ਖਤਮ ਕਰ ਦਿੰਦੇ ਹਾਂ? ਵੈਸੇ ਤਾਂ ਤੁਸੀਂ ਸਾਰੀਆਂ ਕਹਿੰਦੇ ਹੋ, ਪਰ ਜਿਵੇਂ ਤੁਹਾਨੂੰ ਲੱਗਦਾ ਹੋਵੇ ਕਿ ਨਹੀਂ, ਪੰਜਾਬ ਦੇ ਵਿੱਚ ਅੱਜ ਕੱਲ੍ਹ ਇਹ ਬਿਮਾਰੀਆਂ ਬਹੁਤ ਹੈ ਅਤੇ ਅਸੀਂ ਇਹਨੂੰ ਹੁਣੇ ਇਲਾਜ ਕੀਤਾ ਹੋਵੇ, ਕੋਈ ਯਾਦ ਹੋਵੇ? ਬਿਮਾਰੀਆਂ ਜਿਹੜੀਆਂ ਹੁਣ ਇਸ ਵੇਲੇ ਸਾਡੇ ਕੋਲ ਕੁਝ ਸਾਲਾਂ ਤੋਂ ਫਰੀਕੁਐਂਟ ਆ ਰਹੀਆਂ, ਇੱਕ ਤਾਂ ਸਭ ਤੋਂ ਵੱਡੀ ਆ ਰਹੀ ਆ PCOD, ਫੀਮੇਲ ਲੇਡੀਜ਼ ਦੇ ਵਿੱਚ, ਬੱਚੀਆਂ ਦੇ ਵਿੱਚ ਖਾਸ ਕਰਕੇ, ਜਿਹੜੀ 16-17 ਸਾਲ ਦੀਆਂ ਬੱਚੀਆਂ ਆ, ਉਹਨਾਂ ਵਿੱਚ ਮਲਟੀਪਲ ਸਿਸਟ ਹੋ ਜਾਂਦੀਆਂ ਓਵਰੀਜ਼ ਦੇ ਉੱਤੇ ਹਾਰਮੋਨਲ ਡਿਸਟਰਬੈਂਸ ਦੇ ਨਾਲ। ਇਹ ਬਿਮਾਰੀ ਮੈਂ ਪਿਛਲੇ 4-5 ਸਾਲ ਤੋਂ ਬਹੁਤ ਜ਼ਿਆਦਾ ਦੇਖ ਰਿਹਾ। ਦੂਸਰੀ ਬਿਮਾਰੀ ਜਿਹੜੀ ਬਹੁਤ ਜ਼ਿਆਦਾ ਪ੍ਰੈਵਲੈਂਟ ਹੈ ਇਸ ਵੇਲੇ, ਉਹ ਹਾਈਪੋਥਾਇਰੋਇਡ ਆ, ਲੇਡੀਜ਼ ਦੇ ਵਿੱਚ ਖਾਸ ਕਰਕੇ। ਔਰ ਇੰਨੀ ਜ਼ਿਆਦਾ ਆ, ਇਹ ਇੰਨੇ ਜ਼ਿਆਦਾ ਕੇਸਿਸ ਆ ਸਾਡੇ ਕੋਲ ਥਾਇਰੋਇਡ ਦੇ ਔਰ PCOD ਦੇ, ਇਹ ਅੱਜ ਕੱਲ੍ਹ ਬਹੁਤ ਜ਼ਿਆਦਾ ਕੇਸਿਸ ਆ ਰਹੇ ਆ। ਅਤੇ
ਕਿੰਨਾ ਸਮਾਂ ਲੱਗ ਜਾਂਦਾ ਇਹਨਾਂ ਦੋਨਾਂ ਬਿਮਾਰੀਆਂ ਨੂੰ ਪੂਰੀ ਤਰ੍ਹਾਂ ਜੜ ਤੋਂ ਖਤਮ ਕਰਨ ਨੂੰ? ਕਿਉਂਕਿ ਇਹਨੂੰ ਮੈਂ ਅੱਗੇ ਵੀ ਸਵਾਲ ਕਰਦਾ ਹੁੰਦਾ ਜਦੋਂ ਮੈਂ ਕਿਸੇ ਹੋਰ ਡਾਕਟਰ ਨੂੰ ਮਿਲਾਂ, ਕਿਉਂਕਿ ਉਹ ਕਹਿ ਦਿੰਦੇ ਜੀ ਕਿ ਇਹ ਲਾਈਫ ਡਿਸਆਰਡਰ ਹੈ। ਜਦੋਂ ਤੁਸੀਂ ਥਾਇਰਾਇਡ ਦੀ ਗੱਲ ਕੀਤੀ, ਉਹ ਕਹਿੰਦੇ ਜੀ ਮੇਨਟੇਨ ਕੀਤਾ ਜਾ ਸਕਦਾ ਹੈ, ਹੁਣ ਇਹ ਜੜ ਤੋਂ ਖਤਮ ਤਾਂ ਨਹੀਂ ਹੋਣਾ ਹੈਗਾ। ਤੇ ਜਦੋਂ ਤੁਸੀਂ ਕਹਿੰਦੇ ਜੜ ਤੋਂ ਖਤਮ ਕਰਨਾ, ਤੇ ਕਿੰਨਾ ਚਿਰ ਲੱਗ ਜਾਂਦਾ ਹੈ ਅਪਰੋਕਸ? ਮੈਂ ਫਿਰ ਉਹੀ ਗੱਲ ਕਹੂੰਗਾ ਕਿ ਡਿਪੈਂਡ ਕਰਦਾ ਵੀ ਤੁਹਾਡਾ ਆਰਗਨ ਡਿਸਆਰਗਨਾਈਜ਼ ਕਿੰਨਾ ਆ, ਕਿੰਨੀ ਫੰਕਸ਼ਨਿੰਗ ਖਰਾਬ ਆ। ਜਿਵੇਂ ਆਪਾਂ ਥਾਇਰਾਇਡ ਦੀ ਗੱਲ ਹੀ ਕਰੀਏ, ਥਾਇਰਾਇਡ ਜਿਹੜੀ ਹੈ ਗਲੈਂਡ ਹੁੰਦੀ ਸਾਡੇ ਗਲੇ ਦੇ ਵਿੱਚ, ਜਿਹੜੀ ਇੱਕ ਹਾਰਮੋਨ ਪ੍ਰੋਡਿਊਸ ਕਰਦੀਆਂ ਹੈ। ਜਦੋਂ ਉਹ ਹਾਰਮੋਨ ਦੀ ਸਕ੍ਰੀਸ਼ਨ ਘਟ ਜਾਂਦੀ ਆ, ਉਹ ਗ੍ਰੰਥੀ ਜਿਹੜੀ ਥਾਇਰਾਇਡ ਗਲੈਂਡ ਆ ਉਹਦੀ ਫੰਕਸ਼ਨਿੰਗ ਸਲੋ ਹੋ ਜਾਂਦੀ ਆ, ਉਦੋਂ ਸਾਨੂੰ ਥਾਇਰਾਇਡ ਹੁੰਦਾ ਹੈ, ਹਾਈਪੋਥਾਇਰਾਇਡ ਹੁੰਦਾ ਹੈ। ਐਲੋਪੈਥੀ ਵਿੱਚ ਉਹ ਹਾਰਮੋਨ ਦਿੱਤਾ ਜਾਂਦਾ ਹੈ ਜਿਹੜਾ ਸਾਡੇ ਅੰਦਰ ਨਹੀਂ ਬਣ ਰਿਹਾ, ਉਹ ਪੇਸ਼ੈਂਟ ਨੂੰ ਡਾਇਰੈਕਟ ਦਿੱਤਾ ਜਾਂਦਾ ਹੈ ਖਾਣ ਦੇ ਲਈ। ਪਰ ਹੋਮੋਪੈਥੀ ਵਿੱਚ ਅਸੀਂ ਜਦੋਂ ਮੈਡੀਸਿਨ ਦਿੰਦੇ ਆ, ਉਹਦੀ ਗਲੈਂਡ ਨੂੰ ਠੀਕ ਕੀਤਾ ਜਾਂਦਾ ਤਾਂ ਕਿ ਉਹ ਜਿਹੜਾ ਹਾਰਮੋਨ ਘੱਟ ਬਣਾ ਰਹੀ ਸੀ ਉਹਨੂੰ ਪ੍ਰੋਪਰ ਫਾਰਮ ਦੇ ਵਿੱਚ ਬਣਾਉਣਾ ਸ਼ੁਰੂ ਕਰ ਦੇਵੇ। ਠੀਕ ਹੈ, ਤੇ ਉਹਨੂੰ ਟਾਈਮ ਲੱਗਦਾ, ਡਿਪੈਂਡ ਕਰਦਾ ਕਿੰਨਾ ਖਰਾਬ ਸੀ। ਜੇ ਥੋੜਾ ਖਰਾਬ ਆ ਫਿਰ ਥੋੜਾ ਟਾਈਮ ਲੱਗੇਗਾ, ਜੇ ਜ਼ਿਆਦਾ ਖਰਾਬ ਆ ਉਹ ਜ਼ਿਆਦਾ ਟਾਈਮ ਲੱਗੇਗਾ। ਇਹ ਡਿਪੈਂਡ, ਇਹਨੂੰ ਅਸੀਂ ਇੱਦਾਂ ਲੈਂਦੇ ਵੀ ਕਿੰਨੀ ਗੋਲੀ ਖਾ ਰਿਹਾ ਪੇਸ਼ੈਂਟ, 100 mcg ਦੀ ਖਾ ਰਿਹਾ, 25 mcg ਦੀ ਖਾ ਰਿਹਾ, ਉਸ 'ਤੇ ਡਿਪੈਂਡ ਕਰਦਾ ਹੈ ਕਿ ਕਿੰਨਾ ਟਾਈਮ ਲੱਗੇਗਾ ਉਹਨੂੰ ਠੀਕ ਹੋਣ ਦੇ ਵਿੱਚ। ਅੱਛਾ ਚਲੋ, ਆਪਾਂ ਇਹਦੀ ਮੰਨ ਲੈਂਦੇ ਕਿ ਉਹ 150 mcg ਖਾਂਦਾ ਪੇਸ਼ੈਂਟ, ਤੇ ਉਹਦੇ ਲਈ ਕਿੰਨਾ ਸਮਾਂ ਹੈ? 150 mcg ਦੀ ਨੂੰ ਘੱਟੋ ਘੱਟ ਨਹੀਂ 3 ਤੋਂ 4 ਸਾਲ ਲੱਗਣਗੇ ਠੀਕ ਹੋਣ ਦੇ ਵਿੱਚ, ਜਿਹੜਾ ਹਾਈਪੋਥਾਇਰੋਇਡ ਦਾ ਕੇਸ ਆ। ਅੱਛਾ, ਕਈ ਵਾਰ ਇਦਾਂ ਹੁੰਦਾ ਹੈ ਕਿ ਦੂਸਰੀ ਦਵਾਈ ਜਿਹੜੀ ਆਪਾਂ ਕਹਿੰਦੇ ਆ ਐਲੋਪੈਥੀ, ਉਹਨੇ ਖਾਧੀ ਆ ਤੇ ਉਹ 2-3 ਮਹੀਨਿਆਂ ਦੇ ਵਿੱਚ ਇਨਫੈਕਟਡ ਹੈ, ਉਹ ਥੱਲੇ ਆ ਗਿਆ। ਪਹਿਲਾਂ ਉਹ 150 ਖਾਂਦਾ ਸੀ, ਫਿਰ ਉਹਨੂੰ 75 ਲੱਗ ਜਾਂਦੀ, ਫਿਰ 25 ਲੱਗ ਜਾਂਦੀ ਹੈ, ਤੇ ਫਿਰ ਉਹ ਤੁਹਾਡੇ ਕੋਲ ਆ ਜਾਵੇ ਤੇ ਫਿਰ ਉਹਨੂੰ 25 ਜਿਹੜੀ ਲੱਗੀ ਹੋਈ ਆ, ਉੱਥੋਂ ਸ਼ੁਰੂ ਕਰੋਗੇ? ਨਹੀਂ, ਉਹ ਤਾਂ ਆਪਣੀ ਇੱਕ ਹਾਰਮੋਨ ਆ ਨਾ ਜਿਹੜਾ ਉਹ ਖਾ ਰਿਹਾ ਆ, ਉਹ ਕੋਈ ਮੈਡੀਸਿਨ ਨਹੀਂ ਆ, ਉਹਨੇ ਠੀਕ ਨਹੀਂ ਕਰਨਾ, ਉਹਨੇ ਸਿਰਫ ਤੁਹਾਡੀ ਕਮੀ ਪੂਰੀ ਕਰਨੀ ਆ। ਪਰ ਨਾ ਤਾਂ ਉਹਦੇ ਸਿੰਪਟਮ ਖਤਮ ਹੁੰਦੇ ਆ, ਨਾ ਉਹਦੀ ਡਿਸਆਰਗਨਾਈਜੇਸ਼ਨ ਖਤਮ ਹੁੰਦੀ ਹੈ। ਐਲੋਪੈਥੀ 'ਚ ਕਦੀ ਵੀ ਇਦਾਂ ਨਹੀਂ ਹੁੰਦਾ ਵੀ ਅੱਜ 50 ਦੀ ਖਾ ਰਿਹਾ ਹੋਵੇ ਕੱਲ 25 'ਤੇ ਚੱਲ ਜਾਵੇ, 50 ਦੀ 75 ਜ਼ਰੂਰ ਹੋ ਜਾਂਦੀ ਹੈ 1-2 ਸਾਲ ਬਾਅਦ, 25 ਕਦੀ ਨਹੀਂ ਹੁੰਦੀ। ਠੀਕ ਹੈ, ਤੇ ਉਹ ਬਾਕੀ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ ਕੇਸ, ਉਹ ਠੀਕ ਹੋ ਜਾਂਦਾ ਹੈ। ਅੱਛਾ ਚਲੋ, ਇਹ ਤਾਂ ਹੈ, ਪਰ ਕਾਸਟ ਦੀ ਜਦੋਂ ਗੱਲ ਕਰਦੇ ਆ, ਕਿਉਂਕਿ ਐਲੋਪੈਥੀ ਦੀ ਤਾਂ ਕਾਸਟ ਸਾਰਿਆਂ ਨੂੰ ਪਤਾ ਹੀ ਹੁੰਦੀ ਹੈ, ਹੋਮੋਪੈਥੀ ਦੀ ਕਿਉਂਕਿ ਨਵੀਂ ਪ੍ਰੈਕਟਿਸ ਮੰਨਦੇ ਲੋਕੀ, ਕਿਉਂਕਿ ਪ੍ਰੈਕਟਿਸ ਭਾਵੇਂ ਦੂਰ ਦੀ ਹੋਵੇ, ਹਲੇ ਲੋਕਾਂ ਦੇ ਵਿੱਚ ਇੰਨਾ ਰੁਝਾਨ ਨਹੀਂ ਹੈਗਾ, ਉਹਨਾਂ ਨੂੰ ਕਾਸਟ ਨੂੰ ਲੈ ਕੇ ਬੜਾ ਹੁੰਦਾ ਹੈ ਕਿ ਕਾਸਟ ਬਹੁਤ ਹੋਊਗੀ, ਐਕਸਪੈਂਡਿਚ ਬਹੁਤ ਹੋ ਜਾਂਦੇ ਆ। ਕਿੰਨਾ ਕੁ ਕਾਸਟ ਦਾ ਫਰਕ ਹੈ? ਉਹਦੇ ਨਾਲੋਂ ਜ਼ਿਆਦਾ ਕਾਸਟ ਹੈ ਜਾਂ ਘੱਟ ਕਾਸਟ ਹੈ ਜਾਂ ਕਿੱਦਾਂ? ਨਹੀਂ, ਹੋਮੋਪੈਥੀ ਦੀ ਇੱਕ ਬਹੁਤ ਸਸਤੀ ਮੈਡੀਸਨ ਆ, ਬਹੁਤ ਚੀਪ ਮੈਡੀਸਨ ਆ, ਤੇ ਐਲੋਪੈਥੀ ਦੇ ਨਾਲ ਜੇ ਮੁਕਾਬਲਾ ਕਰੀਏ ਤਾਂ ਜ਼ਮੀਨ ਅਸਮਾਨ ਦਾ ਫਰਕ ਆ। ਬਹੁਤ ਚੀਪ ਮੈਡੀਸਿਨਸ ਹੁੰਦੀਆਂ ਇਹਦੀਆਂ, ਤੇ ਆਪਾਂ ਜੇ ਲਈਏ ਤਾਂ 500-1000 ਰੁਪਏ ਦੀ ਮਹੀਨੇ ਦੀ ਦਵਾਈ ਹੁੰਦੀ ਆ, ਜਿਹਦੇ ਵਿੱਚ ਅਸੀਂ 4 ਬਿਮਾਰੀਆਂ ਬੰਦੇ ਦੀਆਂ ਠੀਕ ਕਰਦੇ ਹਾਂ। ਅੱਛਾ, ਮੇਰਾ ਇੱਕ ਸਵਾਲ ਜਿਹੜਾ ਅਕਸਰ ਮੈਨੂੰ ਕਹਿੰਦੇ ਆ ਕਿ ਪੁੱਛੋ, ਨਸ਼ਾ ਛਡਾਉਣ ਵਾਲੀਆਂ ਦਵਾਈਆਂ ਜਿਹੜੀਆਂ ਨੇ ਉਹ ਵੀ ਹੈ ਹੋਮੋਪੈਥੀ ਦੇ ਵਿੱਚ? ਕਿਉਂਕਿ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉਹ ਨਸ਼ੇ ਦੇ ਵਿੱਚ ਹੁੰਦੇ ਨੇ, ਜਾਂ ਕਿਤੇ ਵੀ ਕਹਿ ਲਓ ਕੋਈ ਨਸ਼ੇ 'ਚ ਆ, ਚਾਹੇ ਉਹ ਦਾਰੂ ਪੀ ਰਿਹਾ ਜਾਂ ਕੋਈ ਹੋਰ ਡਰੱਗ ਲੈ ਰਿਹਾ, ਉਹਨਾਂ ਨੂੰ ਛਡਾਉਣ ਦੇ ਲਈ ਵੀ ਕੁਝ ਹੁੰਦਾ? ਹਾਂਜੀ, ਦੇਖੋ, ਨਸ਼ਾ ਵੀ ਇੱਕ ਬਿਮਾਰੀ ਆ ਜਿਹਨੂੰ ਐਡਿਕਸ਼ਨ ਕਹਿੰਦੇ ਆ ਆਪਾਂ, ਤੇ ਇਹਨੂੰ ਛਡਾਉਣ ਦੇ ਲਈ ਵੀ ਹੋਮੋਪੈਥੀ ਪ੍ਰੋਪਰ ਇਲਾਜ ਆ ਇਹਦਾ। ਕਿਵੇਂ ਕਰਦੇ ਹੋ? ਕਿਉਂਕਿ ਨਸ਼ਾ ਜਿਹੜਾ ਹੈ ਉਹ ਕਹਿੰਦੇ ਛੁੱਟਦਾ ਨਹੀਂ ਹੈਗਾ, ਬਿਮਾਰੀ ਖਾ ਲੈਂਦਾ ਬੰਦਾ, ਜਦੋਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਵੀ ਚਲਾ ਜਾਵੇ ਤੇ ਥੋੜ੍ਹਾ ਜਿਹਾ ਡੀ ਐਡਿਕਸ਼ਨ ਸੈਂਟਰ 'ਚ ਰਹਿੰਦਾ ਹੈ, ਜਦੋਂ ਫਿਰ ਆਪਣੇ ਦੋਸਤਾਂ ਮਿੱਤਰਾਂ ਨੂੰ ਰੱਖ ਦਿੰਦਾ ਸ਼ੁਰੂ, ਤੇ ਫਿਰ ਕਹਿੰਦੇ ਹੋ ਜਾਂਦਾ ਆ, ਕਹਿੰਦੇ ਕਿ ਇਹ ਮਨ ਦੀ ਬਿਮਾਰੀ ਹੁੰਦੀ ਆ, ਮਨ 'ਤੇ ਕੰਟਰੋਲ ਨਹੀਂ ਹੁੰਦਾ। ਤੁਹਾਨੂੰ ਲੱਗਦਾ ਕਿ ਇੱਦਾਂ ਸੰਭਵ ਹੈ, ਜਾਂ ਹੋਮੋਪੈਥੀ ਦੇ ਨਾਲ ਉਹ ਸੁਧਰ ਜਾਊਗਾ? ਨਹੀਂ, ਬਿਲਕੁਲ ਹੋਮੋਪੈਥੀ ਨਾਲ ਸੁਧਰ ਜਾਏਗਾ। ਹੋਮੋਪੈਥਿਕ ਮੈਡੀਸਿਨ ਜਿਹੜੀਆਂ ਸਾਡੀਆਂ ਐਕਟਿਵ ਮਨ 'ਤੇ ਕਰਦੀਆਂ, ਉਹਦਾ ਮਨ ਹੀ ਚੇਂਜ ਕਰਦੀਆਂ। ਪਹਿਲਾਂ ਮਨ ਚੇਂਜ ਹੋਏਗਾ, ਫਿਰ ਸਰੀਰ ਚੇਂਜ ਹੋਏਗਾ। ਜਿੰਨੀ ਦੇਰ ਤੱਕ ਮਨ ਨਹੀਂ ਚੇਂਜ ਹੁੰਦਾ, ਬਾਡੀ ਨੇ ਚੇਂਜ ਨਹੀਂ ਹੋਣਾ। ਜੇ ਉਹ ਚੇਂਜ ਹੋਏਗੀ ਬਾਡੀ ਤਾਂ ਟੈਂਪਰੇਰੀ ਹੋਏਗੀ, ਮਨ ਨੇ ਫਿਰ ਉਹਨੂੰ ਉੱਥੇ ਲੈ ਆਉਣਾ ਹੈ। ਅਤੇ ਹੋਮੋਪੈਥਿਕ ਦੀ ਜਿਹੜੀ ਰਿਸਰਚ ਬੇਸਿਕਲੀ ਸ਼ੁਰੂਆਤ ਜਿਹੜੀ ਹੋਈ, ਉਹ ਮਨ ਤੋਂ ਹੀ ਹੋਈ ਆ। ਜਦੋਂ ਅਸੀਂ ਪੇਸ਼ੈਂਟ ਦੀ ਹਿਸਟਰੀ ਲੈਂਦੇ ਹਾਂ ਕਿਸੇ ਵੀ ਬਿਮਾਰੀ ਦੇ ਵਿੱਚ, ਅਸੀਂ ਪਹਿਲਾਂ ਉਹਦੇ ਮਨ ਦੀ ਗੱਲ ਪੁੱਛਦੇ ਹਾਂ ਕਿ ਉਹਦੇ ਮਨ ਵਿੱਚ ਕੀ ਚੱਲ ਰਿਹਾ ਹੈ, ਉਹ ਕਿੱਦਾਂ ਦੀਆਂ ਫੀਲਿੰਗਸ ਆ, ਉਹਨੂੰ ਲਾਈਫ 'ਚ ਕਿੱਦਾਂ ਦੀਆਂ ਪ੍ਰੋਬਲਮਸ ਆਈਆਂ, ਉਸ ਪ੍ਰੋਬਲਮ ਦੇ ਵਿੱਚ ਉਹਨੇ ਕੀ ਫੀਲ ਕੀਤਾ। ਇੱਥੋਂ ਸਾਡੀ ਪ੍ਰੋਪਰ ਹਿਸਟਰੀ ਸ਼ੁਰੂ ਹੁੰਦੀ ਆ। ਇਹ ਪ੍ਰੋਪਰ ਹਿਸਟਰੀ ਲੈਣ ਤੋਂ ਬਾਅਦ ਫਿਰ ਅਸੀਂ ਉਹਨੂੰ ਪ੍ਰਿਸਕ੍ਰਾਈਬ ਕਰਦੇ ਹਾਂ। ਅਸੀਂ ਬਾਡੀ ਔਰ ਸੋਲ, ਬਾਡੀ ਔਰ ਮਾਈਂਡ, ਉਹਨੂੰ ਇੱਕ ਪੈਮਾਨੇ 'ਚ ਦੇਖਦੇ ਹਾਂ। ਇਹ ਦੋਨੇ ਚੀਜ਼ਾਂ ਠੀਕ ਹੋਣੀਆਂ ਚਾਹੀਦੀਆਂ। ਜੇ ਇਕੱਲੀ ਬਾਡੀ ਠੀਕ ਹੋ ਗਈ ਤਾਂ ਵੀ ਪੇਸ਼ੈਂਟ ਠੀਕ ਨਹੀਂ ਹੈ, ਤਾਂ ਵੀ ਉਹ ਪਾਰਸ਼ੀਅਲ ਠੀਕ ਹੋਏਗਾ, ਉਹ ਬਿਮਾਰੀ ਫੇਰ ਲੱਗੇਗੀ ਉਹਨੂੰ। ਹਾਂ, ਜੇ ਮਨ ਠੀਕ ਹੋ ਗਿਆ, ਬਾਡੀ ਨਹੀਂ ਠੀਕ ਹੋ ਗਈ, ਫਿਰ ਤਾਂ ਲੱਗੇਗੀ ਹੀ ਲੱਗੇਗੀ। ਅੱਛਾ, ਇੱਕ ਨਸ਼ਾ ਜਿਹੜਾ ਬੱਚਾ ਕਰ ਰਿਹਾ, ਚਾਹੇ ਉਹ ਸਾਲ ਤੋਂ ਨਸ਼ਾ ਕਰ ਰਿਹਾ, ਆਪਾਂ ਐਗਜ਼ਾਮਪਲ ਮੰਨ ਕੇ ਚੱਲ ਜਾਂਦੇ ਹਾਂ ਕਿ ਉਹ ਪਤਾ ਨਹੀਂ ਕਿਹੜਾ ਨਸ਼ਾ ਲੈ ਰਿਹਾ ਹੈ, ਚਲੋ ਉਹਨੂੰ ਕਿੰਨਾ ਸਮਾਂ ਲੱਗ ਸਕਦਾ ਹੈ? ਕਿ ਤੁਸੀਂ ਕਹਿੰਦੇ ਹੋ ਕਿ ਜੇ ਜੜ੍ਹ ਤੋਂ ਮੁਕਾਉਣਾ ਟਾਈਮ ਤਾਂ ਲੱਗਦਾ ਹੀ ਆ, ਕਿੰਨਾ ਸਮਾਂ ਲੱਗਦਾ ਹੈ ਨਸ਼ਾ ਖਤਮ ਕਰਨ?
ਪੂਰੀ ਤਰ੍ਹਾਂ ਖਤਮ ਕਰਨ ਨੂੰ 6 ਮਹੀਨੇ ਲੱਗ ਜਾਂਦੇ ਆ ਠੀਕ ਕਰਨ ਨੂੰ ਪੇਸ਼ੈਂਟ ਨੂੰ। 6 ਮਹੀਨੇ ਦੇ ਵਿੱਚ ਪੂਰਾ ਖਤਰਾ ਖਤਮ ਹੋ ਜਾਂਦਾ ਹੈ। ਅੱਛਾ, ਜਦੋਂ ਡੋਜ਼ ਦੀ ਗੱਲ ਕਰਦੇ ਹਾਂ, ਤੁਸੀਂ ਆਮ ਵਕਤ ਜਦੋਂ ਅਸੀਂ ਡਾਕਟਰਸ ਦੇ ਕੋਲ ਜਾਂਦੇ ਹੋ ਕਹਿੰਦੇ ਜੀ 4 ਘੰਟੇ ਦਾ 4 ਘੰਟੇ ਦਾ ਗੈਪ ਪਾਓ ਤੇ ਉਸ ਤੋਂ ਬਾਅਦ ਤੁਸੀਂ ਡੋਜ਼ ਲੈ ਸਕਦੇ ਆ। ਤੇ ਇਹਦੇ ਵਿੱਚ ਕਿੱਦਾਂ ਹੋਮੋਪੈਥੀ ਦੇ ਵਿੱਚ ਜੋ ਮੰਨ ਲਓ ਆਪਾਂ ਨਸ਼ੇ ਵਾਲੀ ਗੱਲ ਕਰ ਰਹੇ ਹਾਂ ਤੇ ਕਿੱਦਾਂ ਤੁਸੀਂ ਦਵਾਈ ਦਿੰਦੇ ਹੋ, ਕਿਵੇਂ ਕੋਈ ਡ੍ਰੌਪਸ ਵੀ ਦਿੰਦੇ ਹੋ ਜਾਂ ਕਿੱਦਾਂ? ਨਹੀਂ, ਸਾਡੀਆਂ ਮੈਡੀਸਿਨ ਡ੍ਰੌਪਸ ਨਹੀਂ ਅਸੀਂ ਦਿੰਨੇ, ਬਹੁਤ ਘੱਟ ਹੁੰਦਾ ਜਿੱਥੇ ਡ੍ਰੌਪਸ ਦੀ ਲੋੜ ਪਵੇ। ਤੇ ਅਸੀਂ ਜ਼ਿਆਦਾ ਇਹਨੂੰ ਮਿੱਠੀਆਂ ਗੋਲੀਆਂ 'ਚ ਹੀ ਪਾ ਕੇ ਦਿੰਨੇ ਆ ਮੈਡੀਸਿਨ ਨੂੰ, ਕਿਉਂਕਿ ਐਗਜ਼ੈਕਟ ਡੋਜ਼ ਜੇ ਪੇਸ਼ੈਂਟ ਨੂੰ ਦੇਣੀ ਆ ਉਹ ਗੋਲੀਆਂ ਥਰੂ ਹੀ ਦੇ ਸਕਦੇ ਆ, ਕਿਉਂਕਿ ਗੋਲੀ ਦੇ ਵਿੱਚ ਉਨੀ ਕੁਆਂਟੀਟੀ ਹੀ ਜਾਂਦੀ ਹੈ ਮੈਡੀਸਿਨ ਦੀ ਜਿੰਨੀ ਉਹ ਚੂਸ ਸਕਦੀ ਆ। ਤੇ ਸਾਨੂੰ ਉਹਦੇ ਨਾਲ ਪ੍ਰੋਪਰ ਪਤਾ ਲੱਗ ਜਾਂਦਾ ਵੀ ਇਹਨੂੰ ਇੰਨੀ ਡੋਜ਼ ਚਾਹੀਦੀ ਆ ਤੇ ਇੰਨੀ ਡੋਜ਼ ਇੰਨੀ ਦੇਰ ਬਾਅਦ ਦੇਣੀ ਆ। ਹਰ ਪੇਸ਼ੈਂਟ ਦਾ, ਹਰ ਇਨਸਾਨ ਦਾ ਜਿਹੜਾ ਵੱਖਰਾ ਇੱਕ ਡੋਜ਼ ਸਿਸਟਮ ਆ। ਹਾਂਜੀ, ਉਹਦੀ ਬਿਮਾਰੀ ਦੇ ਹਿਸਾਬ ਨਾਲ, ਉਹਦੀ ਸਹਿਣ ਸ਼ਕਤੀ ਦੇ ਹਿਸਾਬ ਨਾਲ, ਉਹਦੀ ਉਮਰ ਦੇ ਹਿਸਾਬ ਨਾਲ ਕਈ ਚੀਜ਼ਾਂ ਦੇਖ ਕੇ ਫਿਰ ਉਹਦੀ ਡੋਜ਼, ਉਹਦੀ ਮੈਡੀਸਿਨ ਫਿਰ ਸਿਲੈਕਟ ਹੁੰਦੀ ਹੈ। ਇਹ ਤਾਂ ਹੈ। ਕਈ ਵਾਰ ਪੇਸ਼ੈਂਟ ਜਿਹੜਾ ਆ ਉਹਦੇ ਘਰ ਦੇ ਲੈ ਆਉਂਦੇ ਆ ਵੀ ਸਾਡਾ ਮੁੰਡਾ ਜਿਹੜਾ ਉਹ ਸ਼ਰਾਬ ਬਹੁਤ ਪੀਣ ਲੱਗ ਪਿਆ, ਜਾਂ ਫਿਰ ਕੋਈ ਵੀ ਫੈਮਿਲੀ 'ਚੋਂ ਲਾ ਜਾਂਦਾ ਕਿ ਜੀ ਉਹਨੂੰ ਬਿਮਾਰੀ ਤੋਂ ਦਵਾਈ ਦੇ ਦਿਓ। ਉਹ ਦੱਸ ਦਿੰਦੇ ਆ ਕਿ ਜੀ ਇੱਦਾਂ ਇੱਦਾਂ ਹੈਗਾ ਭਾਰ, ਤੁਸੀਂ ਫਿਰ ਉਹਨੂੰ ਕਿੱਦਾਂ ਦਵਾਈ ਦਿੰਦੇ ਹੋ? ਕਹਿੰਦੇ ਜੀ ਉਹਨੇ ਦਵਾਈ ਇੱਦਾਂ ਨਹੀਂ ਖਾਣੀ ਹੈਗੀ, ਫਿਰ ਉਹ ਕਿਸੇ ਪਾਣੀ 'ਚ ਮਿਲਾ ਕੇ ਜਾਂ ਰੋਟੀ 'ਚ ਮਿਲਾ ਕੇ ਵੀ ਖਾ ਸਕਦੇ? ਹਾਂਜੀ ਹਾਂਜੀ, ਬਿਲਕੁਲ, ਸਬਜ਼ੀ 'ਚ ਪਾ ਕੇ ਦੇ ਸਕਦੇ ਹਾਂ, ਪਾਣੀ 'ਚ ਪਾ ਕੇ ਦੇ ਸਕਦੇ ਹਾਂ, ਕਿਸੇ ਵੀ ਤਰ੍ਹਾਂ ਅਸੀਂ ਉਹਨੂੰ ਦਵਾਈ ਦੇ ਸਕਦੇ ਹਾਂ, ਉਹਦੀ ਕੋਈ ਪ੍ਰੋਬਲਮ ਨਹੀਂ ਹੈ। ਸੋ ਕਿਤੇ ਨਾ ਕਿਤੇ ਕਹਿਣ ਦੀ ਗੱਲ ਹੈ ਕਿ ਦਵਾਈ ਜਾਣੀ ਚਾਹੀਦੀ ਆ, ਜੇ ਜੜ ਤੋਂ ਖਤਮ ਹੋ ਸਕਦਾ ਆ। ਅੱਛਾ, ਕੈਂਸਰ, ਚਲੋ ਇੱਕ ਮੇਰਾ ਤੁਸੀਂ ਕਿਹਾ ਸੀ ਕਿ ਹਰ ਬਿਮਾਰੀ ਹੋ ਜਾਂਦਾ, ਮੈਂ ਸਵਾਲ ਤੇ ਸਵਾਲ ਪੁੱਛ ਰਿਹਾ ਕਿ ਕੈਂਸਰ ਜਿਹੜਾ ਆ ਅਸੀਂ ਕਹਿੰਦੇ ਆ ਜੀ ਉਹ ਡਰਾ ਹੀ ਦਿੰਦਾ, ਨਾ ਹੀ ਦਿੰਦਾ ਆ। ਕੈਂਸਰ ਵਰਗੀ ਜਿਹੜੀ ਬਿਮਾਰੀ ਆ ਉਹ ਵੀ ਜੜ ਤੋਂ ਖਤਮ ਹੋ ਜਾਂਦੀ ਕਿਸੇ ਵੀ ਤਰੀਕੇ ਦਾ ਕੈਂਸਰ ਹੋਵੇ? ਹਾਂਜੀ, ਹੋਮੋਪੈਥੀ 'ਚ ਕੈਂਸਰ ਦਾ ਇਲਾਜ ਹਰ ਤਰੀਕੇ ਦਾ ਹੈਗਾ, ਹਰ ਸਟੇਜ ਦੇ ਉੱਤੇ। ਉਹ ਜਿਹੜੀ ਬਹੁਤ ਜ਼ਿਆਦਾ ਉੱਪਰ ਸਟੇਜ ਨਿਕਲ ਜਾਂਦੀ ਹੈ, ਜਿੱਥੇ ਲਾਸਟ ਚਲਾ ਜਾਂਦਾ, ਉੱਥੇ ਤਾਂ ਫਿਰ ਔਖਾ ਹੁੰਦਾ ਹੈ, ਪਰ ਬੜੀਆਂ ਇਨੀਸ਼ੀਅਲ ਸਟੇਜਿਸ ਜਾਂ ਦੂਸਰੇ ਤੀਸਰੇ ਸਟੇਜ ਦੇ ਉੱਤੇ ਆਰਾਮ ਨਾਲ ਪੇਸ਼ੈਂਟ ਠੀਕ ਹੁੰਦੇ ਆ। ਚਲੋ, ਇਹ ਤਾਂ ਅਸੀਂ ਬਿਮਾਰੀਆਂ ਤੋਂ ਬਾਅਦ ਇੱਕ ਨਾ ਟਿਪਸ ਜਾਣਨੇ ਬਹੁਤ ਜ਼ਰੂਰੀ ਹੁੰਦੇ ਨੇ ਕਿ ਤੁਸੀਂ ਕਿੱਦਾਂ ਹੈਲਥੀ ਰਹਿ ਸਕਦੇ ਹੋ, ਜਾਂ ਫਿਰ ਕਿਵੇਂ ਜਿਹੜਾ ਹੈ ਇੱਕ ਸਫਲਤਾਪੂਰਵਕ ਜੀਵਨ ਜਿਹੜਾ ਆ ਉਹ ਜੀ ਸਕਦੇ ਹੋ। ਅੱਛਾ ਡਾਕਟਰ ਸਾਹਿਬ, ਕਿਹੜੇ ਟਿਪਸ ਜਿਹੜੇ ਨੇ ਤੁਸੀਂ ਦੇਣਾ ਚਾਹੋਗੇ ਸਾਡੇ ਦੇਖਣ ਵਾਲਿਆਂ ਨੂੰ, ਕਿਉਂਕਿ ਬਹੁਤ ਜ਼ਰੂਰੀ ਹੁੰਦਾ ਨਾ ਕਿ ਲਾਈਫ ਸਟਾਈਲ ਮੇਨਟੇਨ ਵੀ ਕਰਨਾ ਹੈ ਦਵਾਈਆਂ ਤੋਂ ਇਲਾਵਾ ਵੀ? ਦੇਖੋ, ਇਹ ਤਾਂ ਇੱਕ ਜਨਰਲ ਚੀਜ਼ਾਂ ਹੈਗੀਆਂ ਕਿ ਸਾਨੂੰ ਡੇਲੀ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਟਾਈਮ ਆ, ਜਿਵੇਂ ਅਸੀਂ ਆਪਣਾ ਹੀ ਪ੍ਰੋਫੈਸ਼ਨ ਲੈ ਲਈਏ, ਸਾਨੂੰ 24 ਘੰਟਿਆਂ ਦੇ ਵਿੱਚੋਂ 12 ਘੰਟੇ ਦੀ ਸੀਟਿੰਗ ਦੇਣੀ ਪੈਂਦੀ ਹੈ, ਠੀਕ ਹੈ। ਅਤੇ ਜਿੰਨਾ ਅਸੀਂ ਆਪਣੀ ਬੋਡੀ ਦੀ ਮੂਵਮੈਂਟ ਕਰਾਂਗੇ ਉਨੇ ਅਸੀਂ ਜ਼ਿਆਦਾ ਹੈਲਦੀ ਰਵਾਂਗੇ। ਅਤੇ ਸਰੀਰ ਦੇ ਨਾਲ ਨਾਲ ਮਨ ਨੂੰ ਸਵਸਥ ਰੱਖਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਜਿੰਨੀਆਂ ਵੀ ਬਿਮਾਰੀਆਂ ਉਪਜਦੀਆਂ ਉਹ ਸਾਰੀਆਂ ਮਨ ਤੋਂ ਉਪਜਦੀਆਂ ਆ। ਔਰ ਸਾਨੂੰ ਹਮੇਸ਼ਾ ਆਪਣੀ ਜਿਹੜੀ ਹੌਬੀ ਆ ਉਹਨੂੰ ਜਿੰਦਾ ਰੱਖਣਾ ਚਾਹੀਦਾ ਆ। ਉਹ ਹੌਬੀ ਜਿਹਦੇ ਵਿੱਚ ਅਸੀਂ ਖੁਸ਼ ਰਹਿੰਦੇ ਹਾਂ। ਜ਼ਿੰਦਗੀ 'ਚ ਸਾਨੂੰ ਕਾਫੀ ਕਿਹੜੇ ਕੰਮ ਮਜਬੂਰੀ 'ਚ ਕਰਨੇ ਪੈਂਦੇ ਆ, ਪਰ ਕੁਝ ਕੰਮ ਇਹੋ ਜਿਹੇ ਹੁੰਦੇ ਲਾਈਫ ਦੇ ਵਿੱਚ ਜਿਹੜੇ ਅਸੀਂ ਬੜੀ ਖੁਸ਼ੀ ਨਾਲ ਕਰਦੇ ਹਾਂ। ਉਹ ਹੌਬੀ ਅਸੀਂ ਛੱਡ ਦਿੰਦੇ ਹਾਂ। ਉਹ ਹੌਬੀ ਸਾਨੂੰ ਕਦੀ ਛੱਡਣੀ ਨਹੀਂ ਚਾਹੀਦੀ ਲਾਈਫ ਦੇ ਵਿੱਚ। ਸਾਨੂੰ ਦਿਨ ਦੇ ਵਿੱਚ ਕੁਝ ਸਮਾਂ ਉਹਦੇ ਲਈ ਜ਼ਰੂਰ ਦੇਣਾ ਚਾਹੀਦਾ, ਤਾਂ ਕਿ ਸਾਡਾ ਮਨ ਵੀ ਸਵਸਥ ਰਹੇ ਅਤੇ ਸਾਡਾ ਤਨ ਵੀ ਸਵਸਥ ਰਹੇ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਗੱਲ ਕੀਤੀ ਔਰ ਮੈਨੂੰ ਲੱਗਦਾ ਸਾਡੇ ਦੇਖਣ ਵਾਲਿਆਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਹੁਤ ਫਾਇਦਾ ਹੋਏਗਾ। ਥੈਂਕ ਯੂ, ਧੰਨਵਾਦ। ਵਾਕਈ ਥੋੜ੍ਹਾ ਜਿਹਾ ਸਮਾਂ ਜਿਹੜਾ ਆ ਉਹ ਆਪ ਦੇ ਲਈ ਜ਼ਰੂਰ ਕੱਢਣਾ ਚਾਹੀਦਾ। ਮੈਂ ਅੱਗੇ ਕਹਿੰਦਾ ਹੁੰਦਾ ਕਿ ਅਸੀਂ ਸਾਰੇ ਭੱਜਣ ਲੱਗ ਪਏ ਹਾਂ। ਭੱਜਣਾ ਉਹਨਾਂ ਚੀਜ਼ਾਂ ਪਿੱਛੇ ਆ ਜਿਹੜੀਆਂ ਸਾਨੂੰ ਕਦੇ ਕਦੇ ਸਕੂਨ ਵੀ ਦਿੰਦੀਆਂ ਨੇ। ਥੋੜ੍ਹਾ ਜਿਹਾ ਟਾਈਮ ਆਪਣੇ ਲਈ ਕੱਢੋ, ਜਨਾਬ, ਸਭ ਕੁਝ ਹੋ ਜਾਏਗਾ। ਕਿਤੇ ਨਹੀਂ ਨੱਟ ਚੱਲੇ। ਹਾਂ, ਸੁਪਨੇ ਪੂਰੇ ਕਰਨੇ ਦਾ ਮਤਲਬ ਇਹ ਨਹੀਂ ਕਿ ਮਸ਼ੀਨ ਬਣ ਜਾਓ। ਮਸ਼ੀਨ ਬਣਨ ਦੇ ਨਾਲ ਨਾਲ ਤੁਹਾਨੂੰ ਇਨਸਾਨ ਬਣਨ ਦੀ ਵੀ ਲੋੜ ਹੈ। ਮੈਂ ਇੱਦਾਂ ਹੀ ਤੁਹਾਡੇ ਲਈ ਹਰ ਵਾਰ ਉਹਨਾਂ ਲੋਕਾਂ ਨੂੰ ਲੈ ਕੇ ਆਉਂਦਾ ਰਹਾਂਗਾ ਜਿਹੜੇ ਰੋਗਾਂ ਦਾ ਇਲਾਜ ਕਰਦੇ ਨੇ ਔਰ ਜਿਹੜੇ ਕਿ ਬਹੁਤ ਸੁਚੱਜੇ ਤਰੀਕੇ ਨਾਲ ਇਲਾਜ ਕਰਦੇ ਨੇ। ਦੇਖਦੇ ਰਹੋ ਟੀਵੀ ਪੰਜਾਬ। ਮੈਂ ਜਤਿੰਦਰ ਸਿੰਘ ਖਹਿਰਾ, ਕੈਮਰਾਮੈਨ ਅਭੀ ਦੇ ਨਾਲ, ਜਲੰਧਰ ਤੋਂ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।